ਹਟ ਕਰ ਸਦਨ ਵਿਖੈ ਚਲ ਆਵਾ। ਸ੍ਰੀ ਨਾਨਕ ਵੈਸੇ ਜਿਹ ਥਾਵਾ। ਕਰ ਬੰਧਨ ਉਸਤਤ ਬਹੁ ਭਾਖੀ। ਅਤ ਸਰਦਾ ਮੈਂ ਭਾ ਬਿਲਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕੱਲ ਸ਼ਰਵਣ ਕੀਤਾ ਸੀ ਕਿਸ ਪ੍ਰਕਾਰ ਜੋ ਮਹਾਰਾਜ ਨੇ ਉਧਾਰ ਕੀਤਾ ਹੈ ਜਾਮਵੰਤ ਨਗਰ ਦੇ ਵਿੱਚ, ਜੰਮੂ, ਜਿਸ ਦਾ ਨਾਮ ਪਿਆ ਜਾਮਵੰਤ। ਇੱਕ ਰਿਛ ਹੋਇਆ ਹੈ ਪੁਰਾਣੇ ਸਮੇਂ ਤੋਂ ਲੈ ਕੇ। ਫਿਰ ਉਸ ਤੋਂ ਬਾਅਦ ਮਹਾਰਾਜ ਨੇ ਵਣਜਾਰਿਆਂ ਦਾ ਉਧਾਰ ਕੀਤਾ ਸ਼ਬਦ ਸੁਣਾ ਕੇ। ਫਿਰ ਲਾਹੌਰ ਦੇ ਵਿੱਚ ਦੁਨੀ ਚੰਦ ਦੇ ਪਿਤਾ ਬਾਰੇ ਦੱਸਿਆ ਕਿ ਸ਼ਰਾਧ ਕਰਾ ਕੇ ਤੁਸੀਂ ਲੋਕਾਂ ਨੂੰ ਜੋ ਪ੍ਰਸ਼ਾਦ ਖਵਾ ਰਹੇ ਹੋ ਉਹ ਤੁਹਾਡੇ ਪਿਤਾ ਜੀ ਤੱਕ ਨਹੀਂ ਗਿਆ। ਉਹ ਤਾਂ ਭੁੱਖਾ ਬੈਠਾ 3 ਦਿਨ ਦਾ ਬਘਿਆੜ ਬਣਿਆ ਹੋਇਆ। ਫਿਰ ਉੱਥੇ ਖੀਰ ਭੇਜੀ, ਦੇਹੀ ਪਲਟਾਈ, ਖੀਰ ਖਾਧੀ ਅਤੇ ਫਿਰ ਉਹਨਾਂ ਨੇ ਆਪਣਾ ਬਿਰਤਾਂਤ ਦੱਸਿਆ ਕਿ ਅਖੀਰ ਤੇ ਮੇਰੀ ਇੱਛਾ, ਜੋ ਮੱਛੀ ਦਾ ਮਾਸ ਕੋਈ ਬਣਾ ਰਿਹਾ ਸੀ ਉਹਦੇ ਵਿੱਚ ਮੇਰੀ ਇੱਛਾ ਹੋ ਗਈ। ਮਰਨੇ ਵਕਤ ਜੋ ਮੇਰੀ ਇੱਛਾ ਮਾੜੀ ਹੋਈ ਤਾਂ ਮੈਨੂੰ ਇਹ ਬਘਿਆੜ ਦੀ ਮਾਸਾਹਾਰੀ ਜੂਨੀ ਮਿਲੀ ਹੈ। ਗੁਰੂ ਨਾਨਕ ਦੇਵ ਨਿਰੰਕਾਰ ਤੇਰੇ ਘਰ ਆਏ ਨੇ ਪੁੱਤਰ, ਤੂੰ ਵੀ ਉਧਾਰ ਕਰਾ ਤੇ ਮੈਂ ਵੀ ਹੁਣ ਸਵਰਗਾਂ ਨੂੰ ਜਾ ਰਿਹਾ। ਸੋ ਇਸ ਤਰ੍ਹਾਂ ਮਹਾਰਾਜ ਨੇ ਕਲਿਆਣ ਕੀਤੀ ਉਹਦੇ ਪਿਤਾ ਦੀ। ਉਹ ਵਾਪਸ ਚੱਲ ਕੇ ਆਇਆ ਹੈ ਜੰਗਲ ਦੇ ਵਿੱਚੋਂ। ਅੱਗੇ ਪ੍ਰਸੰਗ ਜਿਵੇਂ ਸਤਿਗੁਰੂ ਬਖਸ਼ਿਸ਼ ਕਰਨਗੇ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਟ ਕਰ ਸਦਨ ਵਿਖੈ ਚਲ ਆਵਾ। ਆਪਣੇ ਪਿਤਾ ਨੂੰ ਜੰਗਲ ਵਿੱਚ ਖੀਰ ਖਵਾਉਣ ਤੋਂ ਬਾਅਦ ਦੁਨੀ ਚੰਦ ਵਾਪਸ ਉੱਥੋਂ ਹਟ ਕੇ ਆਪਣੇ ਘਰ ਵਿੱਚ ਆਇਆ। ਸ੍ਰੀ ਨਾਨਕ ਵੈਸੇ ਜਿਹ ਥਾਵਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਸਥਾਨ ਤੇ ਸਜੇ ਹੋਏ ਸਨ। ਕਰ ਬੰਧਨ ਉਸਤਤ ਬਹੁ ਭਾਖੀ। ਮਹਾਰਾਜ ਨੂੰ ਮੱਥਾ ਟੇਕ ਕੇ ਗੁਰੂ ਸਾਹਿਬਾਂ ਦੀ ਬੜੀ ਉਸਤਤ ਕੀਤੀ ਹੈ। ਅਤ ਸਰਦਾ ਮੈਂ ਭਾ ਬਿਲਾਖੀ। ਮਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਭਰਿਆ ਗਿਆ। ਨਾਗਰ ਈਸਰ ਰੂਪ ਉਜਾਗਰ। ਤੁਹਾਡਾ ਈਸ਼ਵਰ ਰੂਪ ਬੜਾ ਉਜਾਗਰ, ਚਤਰ ਤੇ ਸੁੰਦਰ ਹੈ ਜੀ। ਤੁਮ ਸਮਰੱਥ ਸਰਬ ਸੁਖ ਸਾਗਰ। ਆਪ ਜੀ ਸਰਬ ਕਲਾ ਸਮਰੱਥ, ਸੁਖਾਂ ਦੇ ਸਮੁੰਦਰ ਹੋ ਮਹਾਰਾਜ। ਭਗਤ ਵਛਲ ਕਰੁਣਾ ਕਰ ਸੁਆਮੀ। ਭਗਤਾਂ ਦੇ ਪਿਆਰੇ ਤੇ ਕਰੁਣਾਕਰ ਹੁੰਦਾ, ਕਿਰਪਾ ਦੀ ਖਾਣੀ ਹੋ ਆਪ ਮਾਲਕ। ਦੀਨ ਬੰਦ ਪ੍ਰਭ ਅੰਤਰ ਜਾਮੀ। ਸੋ ਦੀਨਾ ਬੰਧੂ ਹੋ, ਗਰੀਬਾਂ ਦੇ ਰਿਸ਼ਤੇਦਾਰ ਹੋਣ, ਆਦਿਕ ਅੰਤਰਜਾਮੀ ਹੋ ਆਪ। ਸੇਵਾ ਕਰਨ ਮੁਝੈ ਫਰਮਾਵਹ। ਮਹਾਰਾਜ ਜੀ ਹੁਣ ਮੈਨੂੰ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਤੁਮ ਸੰਤਨ ਕੇ ਨਿਤ ਚਿਤ ਭਾਵਹ। ਹੇ ਸਤਿਗੁਰੂ, ਆਪ ਜੀ ਸੰਤਾਂ ਦੇ ਚਿੱਤ ਨੂੰ ਰੋਜ਼ ਚੰਗੇ ਲੱਗਦੇ ਹੋਣ। ਸੁਨ ਕਰ ਤਿਹ ਕੋ ਕਰਨ ਕਿਰਤਾਰਥ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨੂੰ ਕਿਰਤਾਰਥ ਕਰਨ ਲਈ ਹੀ ਆਏ ਸਨ। ਇਹਨਾਂ ਦੀ ਪਿਛਲੇ ਯੁੱਗਾਂ ਦੀ ਕੋਈ ਕਮਾਈ ਹੋਵੇਗੀ, ਉਹਨੂੰ ਫਲ ਲਾਉਣਾ ਮਹਾਰਾਜ ਜੀ ਨੇ। ਇਹਨੂੰ ਕਿਰਤਾਰਥ ਕਰਨ ਵਾਸਤੇ ਆਏ ਹਨ ਉੱਥੇ। ਬੋਲੇ ਦੇਨਹਾਰ ਪਰਮਾਰਥ। ਪਰਮਾਰਥ ਨੂੰ ਦੇਣ ਵਾਲੇ ਗੁਰੂ ਸਾਹਿਬ ਜੀ ਬੋਲੇ। ਇੱਕ ਹੁੰਦਾ ਸਵਾਰਥ, ਆਪਣਾ ਮਾਇਆਵੀ ਕੰਮ, ਇੱਕ ਹੁੰਦਾ ਪਰਮਾਰਥ,
ਪਰਮ ਅਰਥ ਜੋ ਆਤਮਿਕ ਗਿਆਨ ਹੁੰਦਾ। ਹਮਰੀ ਸੂਚੀ ਰਖੋ ਸੰਭਾਰੀ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸਾਡੀ ਇਹ ਸੂਈ ਹੈ ਇੱਕ, ਇਹ ਤੂੰ ਸੰਭਾਲ ਕੇ ਨਾ ਆਪਣੇ ਕੋਲ ਰੱਖ ਲਈ। ਲੈ ਵਹਿੰਗੇ ਪਰਲੋਕ ਅਗਾਰੀ। ਅਸੀਂ ਇਹ ਸੂਈ ਤਾਂ ਇੱਥੋਂ ਜਦੋਂ ਪਰਲੋਕ ਵਿੱਚ ਜਾਵਾਂਗੇ ਨਾ, ਉੱਥੇ ਲੈ ਲਵਾਂਗੇ। ਸੁਣ ਕਰ ਦੁਨੀ ਚੰਦ ਅਸ ਬੈਨਾ। ਸੁਣ ਕੇ ਦੁਨੀ ਚੰਦ ਇਹ ਜੇ ਬਚਨ, ਲੈ ਸੂਚੀ ਗਮਨਿਓ ਨਿਜ ਐਨਾ। ਉਹ ਮਹਾਰਾਜ ਦੀ ਉਹ ਸੂਈ ਦਿੱਤੀ ਹੋਈ ਲੈ ਕੇ ਆਪਣੇ ਘਰ ਚਲਿਆ ਗਿਆ। ਕਹਾਂ ਭਾਰ ਜਾ ਸੋ ਵਚ ਸੋਈ। ਆਪਣੀ ਇਸਤਰੀ ਨੂੰ ਜਾ ਕੇ ਉਹਨੇ ਘਰ ਵਾਲੀ ਨੂੰ ਇਹ ਬਚਨ ਕਿਹਾ, ਇਹ ਸੂਚੀ ਰੱਖ ਜਾਏ ਨਾ ਖੋਈ। ਲੈ ਵੀ ਇਹ ਸੂਈ ਸੰਭਾਲ ਕੇ ਰੱਖੀ, ਕਿਤੇ ਗੁਆਚ ਨਾ ਜਾਵੇ। ਗੁਰ ਲੇਵ ਹੈ ਪਰਲੋਕ ਮੇ ਮਾਹੀ। ਗੁਰੂ ਨਾਨਕ ਦੇਵ ਜੀ ਨੇ ਸੂਈ ਦਿੱਤੀ ਆ, ਉਹਨਾਂ ਨੇ ਕਿਹਾ ਕਿ ਸੂਈ ਸੰਭਾਲ ਕੇ ਰੱਖਿਓ, ਮੈਂ ਪਰਲੋਕ ਵਿੱਚ ਜਾ ਕੇ ਤੈਥੋਂ ਲੈ ਲਵਾਂਗਾ। ਅਪਰ ਸਥਾਨ ਲੇਤ ਸੋ ਨਾਹੀ। ਹੋਰ ਕਿਸੇ ਥਾਂ ਤੇ ਮੈਂ ਸੂਈ ਨਹੀਂ ਲੈਵਾਂਗਾ। ਪਰਲੋਕ ਵਿੱਚ ਜਦੋਂ ਆਪਾਂ ਇਕੱਠੇ ਹੋਏ ਨਾ ਦੋਵਾਂ ਜਾਣੇ, ਉੱਥੇ ਮੈਂ ਸੂਈ ਲਊਂਗਾ ਤੈਥੋਂ। ਇਹ ਰਾਖੋ ਭਲੀ ਪ੍ਰਕਾਰ ਸੰਭਾਰੀ। ਇਹਨੂੰ ਚੰਗੇ ਤਰੀਕੇ ਨਾਲ ਕਿਸੇ ਸੋਹਣੀ ਡੱਬੀ 'ਚ ਪਾ ਕੇ ਰੱਖ। ਤਬ ਦੇ ਹੈ ਜਬ ਲੇਹ ਅਗਾਰੀ। ਇਹ ਅੱਗੇ ਪਰਲੋਕ ਵਿੱਚ ਜਾ ਕੇ ਜਦੋਂ ਮੈਥੋਂ ਮੰਗਣਗੇ ਗੁਰੂ ਨਾਨਕ ਦੇਵ ਜੀ ਸੂਈ, ਉੱਥੇ ਦੇਵਾਂਗਾ। ਸੁਣ ਤਹਿਤੀ ਕਹੇ ਬਚੇ ਐਸੇ। ਉਹਦੀ ਇਸਤਰੀ ਸਿਆਣੀ ਸੀ, ਕਹਿਣ ਲੱਗੀ ਸੁਣ ਕੇ, ਆਗੇ ਲਹਿ ਜਾਵੋਗੇ ਕੈਸੇ। ਇਹ ਤੁਸੀਂ ਪਰਲੋਕ ਵਿੱਚ ਸੂਈ ਕਿਵੇਂ ਲੈ ਕੇ ਜਾਓਗੇ, ਪਹਿਲਾਂ ਮੈਨੂੰ ਦੱਸੋ ਤੁਸੀਂ। ਨਿਤ ਸੰਗੀ ਜੋ ਦੇਹ ਵਿਚਾਰੀ। ਆ ਜਿਹੜੀ ਆਪਣੇ ਨਾਲ ਦੇਹੀ ਆਪਣੀ ਜਿਹੜੀ ਰੋਜ਼ ਵਿਚਾਰਦੇ ਆ, ਸੋ ਪੀ ਜਾਏ ਨ ਸਕੈ ਅਗਾਰੀ। ਵਿਚਾਰਾ ਇਹ ਸਰੀਰ ਤਾਂ ਨਾਲ ਨਹੀਂ ਜਾਣਾ, ਤੇ ਤੁਸੀਂ ਸੂਈ ਦੀ ਗੱਲ ਕਰਦੇ ਹੋ। ਸੁਣ ਵਿਚਾਰ ਕਰ ਸੋ ਲੈ ਆਵਾ। ਇਹ ਸੁਣ ਕੇ ਵਿਚਾਰ ਕੇ ਸੂਈ ਉਹ ਵਾਪਸ ਲੈ ਆ। ਪਾਸ ਵੈਸ ਕਰ ਬਚਨ ਇਲਾਵਾ। ਉਹ ਇਸ ਤਰ੍ਹਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਬਹਿ ਕੇ ਬਚਨ ਉਹਨੇ ਕਿਹਾ, ਨਹਿ ਆਗੈ ਹੈ ਸੂਚੀ ਜਾਵੈ। ਮਹਾਰਾਜ ਜੀ ਜਿਹੜੀ ਸੂਈ ਹੈ ਇਹ ਅੱਗੇ ਨਹੀਂ ਜਾਂਦੀ ਹੈ ਜੀ। ਇਹ ਬਿਦ ਮੋਤੇ ਨਹਿ ਬਨ ਆਵੈ। ਇਹ ਮੇਰੇ ਕੋਲੋਂ ਗੱਲ ਨਹੀਂ ਬਣ ਆਉਣੀ ਹੈ। ਬੋਲੇ ਬਚਨ ਤਵੈ ਜਗ ਤੇਸਾ। ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਬੋਲੇ ਬਚਨ, ਪਾਇਓ ਸਮੈ ਦੇਨੇ ਉਪਦੇਸਾ। ਕਿ ਹੁਣ ਇਹਨੂੰ ਸਮਾਂ ਆ ਗਿਆ ਉਪਦੇਸ਼ ਕਰਨ ਦਾ। ਸਭ ਤਲਾਖ ਥੈ ਸੰਚਿਓ ਦਰਬਾ। ਮਹਾਰਾਜ ਜੀ ਕਹਿੰਦੇ 7 ਲੱਖ ਰੁਪਈਆ ਤੂੰ ਇਕੱਠਾ ਕਰਕੇ ਬੈਠਾ ਹੈ, ਸੋ ਕੈਸੇ ਲੈ ਜਾਵੇਂ ਸਰਬਾ। ਉਹ ਪੈਸੇ ਕਿਵੇਂ ਲੈ ਕੇ ਜਾਏਗਾ ਫਿਰ, ਜਾਂ ਸੂਈ ਨਹੀਂ ਕਮਲਿਆ ਜਾਣੀ, ਦੇਹੀ ਨਹੀਂ ਜਾਣੀ ਪਰਲੋਕ ਨੂੰ। 7 ਲੱਖ ਰੁਪਈਆ ਉਹਨਾਂ ਜ਼ਮਾਨਿਆਂ ਵਿੱਚ, ਉਦੋਂ ਦਾ ਜਿਹੜਾ ਰੁਪਈਆ ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ ਜੇ ਵਿਚਾਰ ਕੇ ਦੇਖੀਏ, ਉਦੋਂ ਦਾ ਰੁਪਈਆ ਜ਼ਿਆਦਾ ਮਹਿੰਗਾ। ਤਾਂ ਜਿਹੜਾ 1947 ਤੋਂ ਪਹਿਲਾਂ ਚਾਂਦੀ ਦਾ ਆਪਣਾ ਰੁਪਈਆ ਹੁਣ 120 ਦਾ, ਉਹ ਗੁਰੂ ਨਾਨਕ ਦੇਵ ਜੀ ਵੇਲੇ ਹੋਣਾ ਉਹ 200-250 ਦਾ ਹੋਣਾ ਹੁਣ। ਇਸ ਕਰਕੇ 7 ਲੱਖ ਰੁਪਈਆ ਜਿਹੜਾ ਸੀ, ਮਹਾਰਾਜ ਕਹਿੰਦੇ ਇਹ ਜੋੜਿਆ, ਇਹ ਕਾਹਦੇ ਲਈ ਜੋੜਿਆ ਹੈ। ਧਨ ਕੋ ਸੰਚ ਕਰ ਹੈ ਬਹੁ ਕਲਮਲ। ਤੂੰ ਬਹੁਤੇ ਪਾਪਾਂ ਨਾਲ ਲੋਕਾਂ ਤੋਂ ਵਿਆਜ ਬੂਝ ਇਕੱਠਾ ਕਰ, ਉਧਰੋਂ ਕਰ ਇੱਧਰੋਂ ਕਰ, ਝੂਠ ਬੋਲ, ਹੇਰਾ ਫੇਰੀ ਕਰ, ਇੰਨਾ ਰੁਪਈਆ ਐਵੇਂ ਇਕੱਠਾ ਕਰੀ ਫਿਰਦਾ। ਬੋਲ ਹੈ ਕੂੜ ਕਰਤ ਹੈ ਛਲ ਬਲ। ਝੂਠ ਬੋਲਦਾ, ਲੋਕਾਂ ਨਾਲ ਠੱਗੀਆਂ ਠੋਰੀਆਂ ਮਾਰ ਕੇ ਪੈਸਾ ਇਕੱਠਾ ਕਰਦਾ ਹੈ। ਅੱਗੇ ਸੰਗ ਨਾ ਹੋਤ ਸਹਾਈ। ਇਹ ਅੱਗੇ ਨਾਲ ਪੈਸੇ ਨੇ ਜਾ ਕੇ ਕਿਤੇ ਸਹਾਇਤਾ ਨਹੀਂ ਕਰਨੀ ਤੇਰੀ। ਸੰਚਤ ਸੰਚਤ ਔਧ ਵਿਹਾਈ। ਇਹ ਪੈਸਾ ਇਕੱਠਾ ਕਰਦਿਆਂ ਕਰਦਿਆਂ ਬੰਦੇ ਦੀ ਉਮਰ ਬਤੀਤ ਹੋ ਜਾਂਦੀ, ਤੇਰੀ ਸਾਰੀ ਉਮਰ ਲੰਘ ਗਈ। 7 ਲੱਖ ਤਾਂ ਇਕੱਠਾ ਕਰ ਲਿਆ, ਪਰ ਗਾਹਾਂ ਨਹੀਂ ਜਾਣਾ। ਪਰਿਓ ਰਹਿ ਧਨ ਮਿਰਤੂ ਸੋ ਆਈ। ਤੇਰੀ ਜਦ ਮੌਤ ਆ ਜਾਣੀ ਹੈ, ਇਹ ਰੁਪਈਆ ਸਾਰਾ ਇੱਥੇ ਸੰਦੂਕਾਂ 'ਚ ਹੀ ਪਿਆ ਰਹਿਣਾ। ਕਰਤ ਪਾਪ ਸੋ ਜੀਵ ਪੁੰਚਾਈ। ਫੇਰ ਜਿਹੜੇ ਪਾਪ ਕੀਤੇ ਨੇ ਉਹ ਤੇਰੀ ਜੀਵ ਆਤਮਾ ਪਰਲੋਕ ਵਿੱਚ ਜਾ ਕੇ ਭੋਗੇਗੀ ਉੱਥੇ। ਸਰਿਓ ਦਰਬ ਤੇ ਕੌਨੇ ਕਾਮਾ। ਮੈਨੂੰ ਇਉਂ ਦੱਸ ਫਿਰ, ਇਹ ਪੈਸਾ ਇਕੱਠਾ ਕਰਕੇ ਪਰਲੋਕ ਵਿੱਚ ਤੇਰਾ ਕਿਹੜਾ ਕੰਮ ਸਰਨਾ ਜਾ ਕੇ?
ਬਿਨਾ ਪੁੰਨ ਤੇ ਦੁਖ ਕੋ ਧਾਮਾ। ਕਿਉਂਕਿ ਬਿਨਾਂ ਪੁੰਨ ਕੀਤਿਆਂ ਉੱਥੇ ਪਰਲੋਕ ਦੇ ਵਿੱਚ ਦੁੱਖਾਂ ਦਾ ਹੀ ਘਰ ਹੈ। ਇਸ ਕਰਕੇ ਮਾਇਆ ਜਾਂ ਤਾਂ ਇਕੱਠੀ ਕਰਕੇ ਲਾ ਦਿੰਦਾ ਕਿਤੇ ਚੰਗੇ ਪਾਸੇ, ਫਿਰ ਤਾਂ ਉਹਦਾ ਪਰਲੋਕ ਵਿੱਚ ਫਲ ਮਿਲ ਜਾਂਦਾ। ਇੱਥੇ ਜਮ੍ਹਾਂ ਕੀਤੀ ਅੱਗੇ ਮਿਲ ਜਾਂਦੀ ਆ। ਸੰਗਤ ਨੂੰ ਖਵਾਉਂਦਾ, ਕਿਸੇ ਗਰੀਬ ਦੀ ਮਦਦ ਕਰਦਾ, ਕੋਈ ਲੰਗਰ ਲਾਉਂਦਾ, ਫਿਰ ਤਾਂ ਹੁੰਦਾ ਮਾਇਆ ਅੱਗੇ ਮਿਲ ਵੀ ਜਾਂਦੀ ਆ। ਆਪੇ ਬੀਜ ਆਪੇ ਹੀ ਖਾਓ। ਤੇ ਜੇ ਇਕੱਠੀ ਕਰਕੇ ਸਿਰਫ ਰੱਖ ਕੇ ਹੀ ਜਾਣੀ ਆ, ਫਿਰ ਕੀ ਫਾਇਦਾ। ਦੁਨੀ ਚੰਦ ਸੁਨ ਗਿਰਾ ਉਚਾਰੀ। ਮਹਾਰਾਜ ਦੇ ਬਚਨ ਸੁਣ ਕੇ ਦੁਨੀ ਚੰਦ ਬੋਲਿਆ, ਕਿਸ ਪ੍ਰਕਾਰ ਸੰਗ ਜਾਏ ਅਗਾਰੀ। ਇਹ ਮਹਾਰਾਜ ਜੀ ਕਿਸ ਤਰ੍ਹਾਂ ਅੱਗੇ ਜਾਂਦੀ ਫਿਰ। ਸੋ ਕਰਣਾ ਕਰ ਮੁਝੈ ਬਤਾਵਹ। ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸ ਦਿਓ ਜੀ। ਦੀਨ ਜਾਨ ਉਪਦੇਸ਼ ਦਿਰੜਾਵਹ। ਮੈਨੂੰ ਗਰੀਬ ਜਾਣ ਕੇ ਉਹ ਉਪਦੇਸ਼ ਪੱਕਾ ਕਰੋ ਕਿ ਮੈਂ ਕਿਵੇਂ ਮਾਂ ਨਾਲ ਲੈ ਕੇ ਜਾਵਾਂ। ਗੁਰੂ ਭਨੈ ਸੁਣੀਏ ਦੇ ਚੀਤਾ। ਮਹਾਰਾਜ ਨੇ ਬਚਨ ਕੀਤਾ, ਫਿਰ ਚਿੱਤ ਲਾ ਕੇ ਸੁਣ ਧਿਆਨ ਨਾਲ। ਇਸ ਪ੍ਰਾਣੀ ਕੇ ਤੀਨੋਂ ਮੀਤਾ। ਇਹ ਬੰਦੇ ਦੇ ਤਿੰਨ ਮਿੱਤਰ ਹੁੰਦੇ ਨੇ ਭਾਈ। ਦਰਬ ਪਰਿਵਾਰ ਕਰਮ ਲਖ ਲੀਜੈ। ਇਹ ਬੰਦੇ ਦੇ ਤਿੰਨ ਮਿੱਤਰ ਨੇ। ਧਨ ਹੈ ਪਹਿਲਾ, ਦੂਜਾ ਮਿੱਤਰ ਪਰਿਵਾਰ ਹੈ, ਤੀਜਾ ਹੁੰਦਾ ਕਰਮ। ਇਹ ਤਿੰਨ ਮਿੱਤਰ ਹਨ। ਜਸ ਸੰਗੀ ਤਸ ਦਸਾ ਸੁਨੀਜੈ। ਜਿਸ ਤਰ੍ਹਾਂ ਇਹ ਸੰਗੀ ਹੁੰਦੇ ਨੇ ਉਸ ਤਰ੍ਹਾਂ ਦੀ ਹਾਲਤ ਸੁਣ ਲਓ। ਜਬ ਲੋ ਪ੍ਰਾਣ ਰਹੈ ਤਨ ਮਾਹੀ। ਜਦੋਂ ਤੱਕ ਪ੍ਰਾਣ ਸਰੀਰ ਵਿੱਚ ਰਹਿੰਦੇ ਹਨ, ਤਬ ਲਾ ਧਨ ਮਿਤ ਬਹਰੋ ਨਾਹੀ। ਉਦੋਂ ਤੱਕ ਧਨ ਮਿੱਤਰ ਹੈ, ਬਾਅਦ ਵਿੱਚ ਨਹੀਂ। ਪ੍ਰਾਣਾਂ ਦੇ ਹੁੰਦਿਆਂ ਹੀ ਧਨ ਆਪਣਾ ਹੁੰਦਾ। ਜਦੋਂ ਸਰੀਰ ਹੀ ਛੱਡ ਦਿੱਤਾ, ਫਿਰ ਧਨ ਵੀ ਸਾਥ ਛੱਡ ਜਾਂਦਾ। ਲੇਤ ਸੰਭਾਰ ਅਪਰਹੀ ਜਾਂ ਕੋ। ਬੰਦੇ ਦੇ ਮਰਨ ਸਾਰ ਹੀ ਹੋਰ ਰਿਸ਼ਤੇਦਾਰ, ਦੋਸਤ ਮਿੱਤਰ, ਪੁੱਤਰ ਧੀਆਂ, ਭੈਣ ਭਰਾ, ਪਤਨੀ ਪੈਸੇ ਤੇ ਜਦੇ ਹੀ ਕਬਜ਼ਾ ਕਰ ਲੈਂਦੇ ਨੇ। ਇਹ ਮੇਰਾ ਹੈ। ਕਲਮਲ ਅਨਕ ਕੀਏ ਹਿਤ ਜਾਂ ਕੋ। ਜਿਸ ਪੈਸੇ ਲਈ ਤੂੰ ਜ਼ਿੰਦਗੀ 'ਚ ਬੜੇ ਪਾਪ ਕੀਤੇ ਹੋਣੇ, ਯਾਦ ਕਰ ਲੈ। ਤਨ ਕੇ ਦਾਹ ਤੀਕ ਪਰਵਾਰਾ। ਫਿਰ ਪਰਿਵਾਰ ਹੁੰਦਾ ਦੂਜਾ ਮਿੱਤਰ। ਜਦੋਂ ਤੱਕ ਸੰਸਕਾਰ ਨਹੀਂ ਹੁੰਦਾ ਉਦੋਂ ਪਹਿਲਾਂ ਕਹਿੰਦੇ ਸਾਡਾ, ਉਹਦੇ ਕੋਲ ਬਹਿ ਕੇ ਰੋਂਦੇ ਆ। ਇਕੱਠੇ ਹੁੰਦੇ ਨੇ ਦੋਸਤ ਮਿੱਤਰ ਵੀ। ਜਦੋਂ ਇਹ ਸੰਸਕਾਰ ਹੋ ਜਾਂਦਾ, ਸੁਆਹ ਬਣ ਗਈ, ਬਸ ਪਰਿਵਾਰ ਦੀ ਮਿੱਤਰਤਾ ਵੀ ਖਤਮ ਹੋ ਗਈ, ਦੋਸਤ ਮਿੱਤਰ ਵੀ ਛੱਡ ਗਏ। ਉਨ ਤ੍ਰਿਨ ਤੋਰ ਹੈ ਆਏ ਅਗਾਰਾ। ਫਿਰ ਉਹ ਪਿੰਡਾਂ ਵਿੱਚ ਕੀ ਕਰਦੇ ਸੀ, ਘਾਹ ਲੈ ਕੇ ਉਹਦਾ ਕੱਖ ਜਿਹਾ ਤੋੜ ਕੇ ਇੱਕ ਇੱਧਰ ਸਿੱਟਤਾ, ਇੱਕ ਇੱਧਰ, ਚੱਲ ਤੇਰੇ ਨਾਲੋਂ ਤੋੜੀ। ਨਿੰਮ ਦਾ ਪੱਤਾ ਮੂੰਹ 'ਚ ਪਾ ਕੇ ਥੂ ਥੂ ਕਰ ਦਿੰਦੇ, ਬਸ ਅੱਜ ਤੋਂ ਤੂੰ ਸਾਡਾ ਨਹੀਂ, ਤੇਰੇ ਨਹੀਂ ਕਹਿ ਕੇ ਮੁੜ ਆਉਂਦੇ ਨੇ। ਆਗੇ ਕੋਈ ਨਾ ਸੰਗ ਸਹਾਈ। ਹੁਣ ਤਿਉਂ ਆਉਂ ਦੱਸ, ਪੈਸਾ ਤਾਂ ਇੱਥੇ ਲੈ ਲਿਆ ਇਹਨਾਂ ਨੇ, ਸੋ ਧਨ ਲੋਕਾਂ ਤਨ ਭਸਮੈ ਢੇਰੀ। ਤਾਂ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਸਰੀਰ ਆ ਸਾਡਾ, ਹੋਏ ਪਸ ਮੜ ਭੌਰ ਸਿਧਾਇਆ। ਵੱਡਾ ਹੋਇਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਆ, ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੇ ਪਾਉਂਦੀ, ਹੁਣ ਸੁਣੀਆਂ ਕਿਆ ਰੂ ਆਇਆ। ਮਨ ਅੰਧਾ ਜਨਮ ਗਵਾਇਆ। ਜਿਨ ਸਾ ਹਿਤ ਕਰ ਔਧ ਬਿਤਾਈ। ਜਿਨ੍ਹਾਂ ਨਾਲ ਪ੍ਰੇਮ ਕਰਕੇ ਸਾਰੀ ਉਮਰ ਬਤੀਤ ਕੀਤੀ ਸੀ, ਜੇ ਕਰਮ ਮੀਤ ਇਸ ਕੇਰੇ। ਉਹ ਤਾਂ ਛੱਡ ਗਏ। ਹੁਣ ਰਹਿ ਗਏ ਮਿੱਤਰ ਸਾਡੇ ਕਰਮ, ਉਹ ਸੁਣਨਾ ਕਰੋ। ਸੇ ਨਿਤ ਸੰਗੀ ਜਾਹੇ ਅਗੇਰੇ। ਉਹ ਨਾਲ ਜਾਂਦੇ ਬਸ। ਮਾੜਾ ਕਰਮ ਚੰਗਾ ਕਰਮ ਜੋ ਵੀ ਕੀਤਾ ਹੁੰਦਾ, ਬੁਰੇ ਕੇ ਭਲੇ ਕਰੇ ਹੈ ਜੈਸੇ। ਉਹ ਹੁਣ ਤੇਰੇ ਆ। ਬੁਰੇ ਕਰਮ ਭਲੇ ਕਰਮ ਜੈ ਜੇ ਕੀਤੇ ਹੋਣਗੇ। ਫਲ ਦੇਵੈ ਤਸ ਹਟੈ ਨ ਕੈਸੇ। ਉਸ ਤਰ੍ਹਾਂ ਦੇ ਉਹ ਫਲ ਦਿੰਦੇ ਨੇ, ਉਹ ਪਿੱਛੇ ਨਹੀਂ ਹਟਦੇ। ਇਸ ਵਿਦ ਹਿਰਦੈ ਵਿਚਾਰ ਕਰੀਜੈ। ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਵਿਚਾਰ ਕਰੋ। ਸਰਬ ਭਲੇ ਕਰਮ ਨ ਮੈਂ ਦੀਜੈ। ਉਹ ਇਹ ਹੁੰਦਾ ਕਿ ਜਿਹੜਾ ਪੈਸਾ ਹੁੰਦਾ ਚੰਗੇ ਕੰਮ 'ਚ ਲਾਈਦਾ ਹੁੰਦਾ, ਫਿਰ ਇਹ ਗਾਹਾਂ ਵੀ ਕੰਮ ਕਰ ਜਾਂਦਾ। ਆਗੈ ਹੋਵੈ ਤੁਹੇ ਸਹਾਈ। ਫਿਰ ਪੈਸਾ ਅੱਗੇ ਸਹਾਇਤਾ ਕਰਦਾ। ਇਹ ਸੌਖਾ ਹੀ ਤਰੀਕਾ ਕਿ ਇੱਥੇ ਸੰਗਤ ਨੂੰ ਛਕਾਓ, ਇੱਥੇ ਭਲੇ ਕੰਮ ਵਿੱਚ ਪੈਸਾ ਲਾਓ। ਦਸਵੰਧ ਕੱਢਿਆ ਹੋਇਆ ਫਿਰ ਅੱਗੇ ਮਿਲ ਜਾਂਦਾ ਜਾ ਕੇ। ਹੋਰ ਵੀ ਜਿੰਨਾ ਜਿਹੜੇ ਮਹਾਂਪੁਰਖਾਂ ਨੂੰ ਸਮਝ ਆ ਗਈ, ਗੁਰਮੁਖਾਂ ਨੂੰ, ਉਹ ਸਾਰੇ ਜਾਣੇ ਆਪਣੇ ਪੈਸੇ ਨੂੰ ਐਸੇ ਢੰਗ ਨਾਲ ਖਰਚਦੇ ਨੇ ਕਿ ਪੈਸੇ ਦੇ ਨਾਲ
ਪਰਲੋਕ ਸਵਾਰ ਲੈਂਦੇ ਹਨ। ਸਤਨਾਮ ਜਪੀਐ ਲਿਵ ਲਾਈ। ਦੂਜੀ ਚੀਜ਼ ਇਹ ਹੁੰਦੀ ਹੈ, ਇਹੋ ਜਿਹਾ ਕਰਮ ਬਣਾਓ ਕਿ ਸਤਨਾਮ ਸ੍ਰੀ ਵਾਹਿਗੁਰੂ ਲਿਵ ਲਾ ਕੇ ਜਪਿਆ ਕਰੋ। ਸਤ ਸੰਗਤ ਕੋ ਕਰੋ ਮਿਲਾਪਾ। ਇੱਕ ਇਹ ਚੀਜ਼ ਹੁੰਦੀ ਆ ਕਿ ਟੱਬਰ 'ਚ ਹੀ ਨਹੀਂ ਬੈਠੇ ਰਹੀਦਾ, ਸਾਰਾ ਦਿਨ ਐਵੇਂ ਨਿਆਣਿਆਂ 'ਚ ਟੀਵੀ ਦੇ ਮੂਹਰੇ ਬਸ ਉੱਥੇ ਹੀ ਰਿਸ਼ਤੇਦਾਰਾਂ ਨੂੰ ਮਿਲ ਲਿਆ। ਇਹਨਾਂ ਨੇ ਕੀ ਦੇਣਾ ਆਪਾਂ ਨੂੰ? ਜਾ ਕੇ ਸਤ ਸੰਗਤ ਅਸਲੀ ਪਰਿਵਾਰ ਹੈ ਆਪਣਾ। ਸਤ ਸੰਗਤ ਵਿੱਚ ਬੈਠੀ ਦਾ ਹੁੰਦਾ, ਜਾ ਕੇ ਸੋਹਣੇ ਬਚਨ ਸੁਣੀਦੇ ਹੁੰਦੇ ਨੇ ਜ਼ਿੰਦਗੀ ਲਈ। ਉਹ ਬਚਨ ਆਪਣੇ ਲਈ ਚੰਗੇ, ਪਰਿਵਾਰ ਲਈ ਚੰਗੇ, ਆਪ ਚੰਗੇ ਬਣ ਜਾਓ, ਫਿਰ ਸਾਰਿਆਂ ਨੂੰ ਚੰਗੇ ਬਣਾ ਲਈਦਾ ਹੈ। ਤਜੀਏ ਅਪਰ ਵਿਕਾਰ ਕਲਾਪਾ। ਹੋਰ ਜਿਹੜੇ ਵਿਕਾਰ ਨੇ, ਕਲਪਨਾਵਾਂ ਮਨ ਦੀਆਂ ਛੱਡ ਦਿਓ। ਇਸ ਪ੍ਰਕਾਰ ਸੁਨ ਗੁਰ ਕੀ ਬਾਣੀ। ਇਸ ਤਰ੍ਹਾਂ ਗੁਰਾਂ ਦੀ ਬਾਣੀ ਸੁਣ ਕੇ ਦੁਨੀ ਚੰਦ ਮਨ ਮੈਂ ਭਲ ਮਾਨੀ। ਦੁਨੀ ਚੰਦ ਨੇ ਗੱਲ ਮਨ ਦੇ ਅੰਦਰ ਚੰਗੇ ਤਰੀਕੇ ਨਾਲ ਮੰਨ ਲਈ ਹੈ। ਅਦਕ ਦਰਬ ਇਕੱਠਾ ਕੀਏ ਜੇਤਾ। ਜਿੰਨਾ ਵੀ ਉਸ ਪ੍ਰਕਾਰ ਧਨ ਵਾਧੂ ਇਹਨੇ ਇਕੱਠਾ ਕੀਤਾ ਸੀ, ਸੰਤਨ ਹਿਤ ਖਰਚ ਸਭ ਤੇਤਾ। ਸਾਰਾ ਫਿਰ ਸੰਤਾਂ ਵਾਸਤੇ ਖਰਚ ਕਰ ਦਿੱਤਾ ਇਹਨੇ। ਅਨਕ ਪ੍ਰਕਾਰ ਕਰਾਏ ਆਹਾਰਾ। ਅਨੇਕ ਪ੍ਰਕਾਰ ਦੇ ਲੰਗਰ ਤਿਆਰ ਕੀਤੇ। ਸੰਤਨ ਕਰਿਓ ਪ੍ਰਸੰਨ ਜਿਵਾਰਾ। ਮਹਾਂਪੁਰਖਾਂ ਨੂੰ, ਹੋਰ ਸੰਤਾਂ ਮਹਾਤਮਾ ਗਰੀਬਾਂ ਨੂੰ ਪ੍ਰਸ਼ਾਦ ਛਕਾਇਆ। ਬਹੁਤੇ ਵਸਤਰ ਸਿਵਾਏ ਪਹਿਰਾਏ। ਗੁਰਮੁਖਾਂ ਨੂੰ, ਬਹੁਤ ਸਾਰੇ ਜਿਹੜੇ ਗਰੀਬ ਲੋਕ ਸੀ, ਉਹਨਾਂ ਨੂੰ ਵਸਤਰ ਆਦਿਕ ਸਮਾ ਕੇ ਪਹਿਨਾ ਦਿੱਤੇ। ਮਿਲ ਸਤ ਸੰਗਤ ਸਮਾਂ ਬਿਤਾਏ। ਫਿਰ ਬਹੁਤਾ ਸਮਾਂ ਸਤ ਸੰਗਤ ਵਿੱਚ ਬਹਿ ਕੇ ਬਤੀਤ ਕਰਦਾ। ਸਿਮਰ ਹੈ ਵਾਹਿਗੁਰੂ ਸਤਨਾਮ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਹਮੇਸ਼ਾ ਹੀ ਸਿਮਰਨ ਕਰਦਾ। ਤਜੇ ਵਿਅਰਥ ਜੇ ਘਰ ਕੇ ਕੰਮ। ਬਾਲੇ ਜਿਹੜੇ ਵਿਅਰਥ ਜੇ ਕੰਮ ਸੀ ਉਹ ਛੱਡ ਦਿੱਤੇ, ਕਿ ਪੈਸਾ ਹੈ ਹੀ ਬਹੁਤ ਸੀ, ਭਾਵੇਂ ਕਿੰਨੀਆਂ ਪੀੜ੍ਹੀਆਂ ਰੱਜ ਕੇ ਖਾ ਲੈਂਦੀਆਂ। 7 ਲੱਖ ਉਹਨਾਂ ਜ਼ਮਾਨਿਆਂ ਦਾ ਕਿਤੇ ਮੁੱਕਣ ਚਾਹੁੰਦਾ। ਅੱਜ ਦਾ ਬਹੁਤ ਜ਼ਿਆਦਾ ਉਹ ਰੁਪਈਆ ਜਿਹੜਾ ਬਣ ਸਕਦਾ ਹੈ। ਪਾ ਨਿਹਾਲ ਤਤਕਾਲ ਵਿਸਾਲਾ। ਉਸ ਵਕਤ ਉਹਨੇ ਮਹਾਰਾਜ ਦੇ ਦੱਸੇ ਅਨੁਸਾਰ ਜਦੋਂ ਜੀਵਨ ਬਤੀਤ ਕਰਕੇ ਕਰਮ ਕੀਤਾ, ਸਿੱਖੀ ਕਮਾਈ, ਤਾਂ ਬਹੁਤ ਨਿਹਾਲ ਹੋ ਗਿਆ। ਧਰ ਉਪਦੇਸ ਜੋ ਦਇਓ ਦਿਆਲਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਫਿਰ ਇਹ ਉਪਦੇਸ਼ ਦਿੱਤਾ ਸੀ ਇਸ ਨੂੰ, ਤਿਸ ਤੇ ਵਿਦਾ ਹੋਏ ਵਿਦਨੀ ਕੀ। ਜੋ ਦਿੱਤਾ ਉਪਦੇਸ਼ ਉਹਨੂੰ ਤਾਂ ਹਿਰਦੇ 'ਚ ਵਸਾ ਕੇ ਕਮਾਇਆ, ਉਹ ਤੋਂ ਅੱਗੇ ਮਹਾਰਾਜ ਵਿਦਾ ਹੋ ਕੇ ਚੱਲੇ ਨੇ। ਸਿਮਰਤ ਸੁਧ ਕੀਨੀ ਭਗਨੀ ਕੀ। ਅੱਜ ਯਾਦ ਆਈ ਬੇਬੇ ਨਾਨਕੀ ਦੀ, ਨਹੀਂ ਬੇਬੇ ਯਾਦ ਕਰਦੀ ਹੈ। ਮਰਦਾਨੇ ਸਹ ਗਿਰਾ ਅਲਾਈ। ਭਾਈ ਮਰਦਾਨੇ ਨਾਲ ਬਚਨ ਕਿਹਾ, ਕਿਉ ਯਾਦ ਭਗਨੀ ਮੁਝ ਤਾਈ। ਮਰਦਾਨਿਆਂ ਬੇਬੇ ਨੇ ਯਾਦ ਕੀਤਾ ਹੈ ਅੱਜ। ਚੱਲ ਸੁਲਤਾਨਪੁਰੇ ਸੁਧ ਲੀਜੈ। ਚੱਲ ਬੇਬੇ ਦੀ ਖਬਰ ਲਈਏ ਸੁਲਤਾਨਪੁਰ ਸਾਹਿਬ ਚੱਲ ਕੇ। ਬੇਬੇ ਜੀ ਕੀ ਖੁਸ਼ੀ ਕਰੀਜੈ। ਚਲੋ ਬੇਬੇ ਜੀ ਜੋ ਭਗਤੀ ਦਾ ਅਵਤਾਰ ਆਈ ਹੋਈ ਹੈ ਦੁਨੀਆ ਵਿੱਚ, ਬੇਬੇ ਆਪ ਭਗਤੀ ਨੇ ਅਵਤਾਰ ਧਾਰਿਆ ਸੀ, ਤਾਈਓ ਮਹਾਰਾਜ ਬਾਰ-ਬਾਰ ਜਾਂਦੇ ਹਨ, ਕਿਉਂਕਿ ਬੇਬੇ ਨਾਨਕੀ ਭਗਤੀ ਦਾ ਅਵਤਾਰ ਹੈ। ਅਸ ਕਹਿ ਗਮਨੇ ਇੱਕ ਛਿਨ ਮਾਹੀ। ਇਉਂ ਕਹਿ ਕੇ ਬਸ ਨੇਤਰ ਬੰਦ ਕਰਵਾ ਕੇ ਇੱਕ ਛੇਨ ਹੀ ਲੱਗਿਆ, ਸੁਲਤਾਨਪੁਰ ਸਾਹਿਬ ਚਲੇ ਗਏ। ਪਹੁੰਚਤ ਭੇਪੁਰ ਹੁਤਾ ਜਹਾਹੀ। ਜਿੱਥੇ ਪੁਰੀ ਸੀ ਨਗਰ ਦੇ ਵਿੱਚ ਪਹੁੰਚ ਗਏ ਨੇ। ਸਾਧਨ ਸੁਸਾਂ ਕੇ ਪਰ ਵਿਸਹਿ ਜਾਵਹੀ। ਜਦੋਂ ਬੇਬੇ ਨਾਨਕੀ ਦੇ ਗ੍ਰਹਿ ਵਿਖੇ ਪ੍ਰਵੇਸ਼ ਹੋਏ ਜਾ ਕੇ, ਹਰਖ ਭਰੇ ਤੂਰਨ ਉਠਤਾ ਵਿਹੀ। ਬੇਬੇ ਬਹੁਤ ਖੁਸ਼ ਹੋਈ ਦਰਸ਼ਨ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਦੇ ਉੱਠ ਕੇ ਖੜੀ ਹੋ ਗਈ। ਕਰਨਾ ਬੰਦਨਾ ਪਗ ਪਰ ਧਾਈ। ਭੱਜ ਕੇ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਬੇਬੇ। ਲੋਚਨ ਤੇ ਜਲ ਧਾਰ ਬਹਾਈ। ਅੱਖਾਂ ਵਿੱਚੋਂ ਜਲ ਦੀ ਧਾਰਾ ਵਹਿ ਤੁਰੀ। ਕਰ ਪਰ ਲੈ ਸਿਰ ਕਹਿ ਹਿਤ ਬੈਨਾ। ਗੁਰੂ ਗੁਰੂ ਜੀ ਨੇ ਉਹਦਾ ਸਿਰ, ਬੇਬੇ ਨਾਨਕੀ ਦਾ ਭਾਵ, ਆਪਣੇ ਹੱਥਾਂ ਵਿੱਚ ਹੀ ਫੜ ਲਿਆ, ਬੇਬੇ ਨੂੰ ਥੱਲੇ ਝੁਕਣ ਨਹੀਂ ਦਿੱਤਾ। ਬੈਸ ਗਈ ਮੰਚ ਪਰ ਗੁਣ ਐਨਾ। ਪਲੰਗ ਢਾਹ ਦਿੱਤਾ ਗੁਰੂ ਨਾਨਕ ਦੇਵ ਜੀ, ਪਲੰਗ ਤੇ ਸਜ ਗਏ। ਤੇਸਨ ਚੱਲ ਜਰਾਮ ਤਹ ਆਵਾ। ਉਸ ਵੇਲੇ ਭਾਈਆ ਜੈ ਰਾਮ ਜੀ ਵੀ ਉੱਥੇ ਚੱਲ ਕੇ ਆਏ ਹਨ।
ਦਰਸ ਬਲੋਕਤ ਉਰ ਹਰ ਖਾਵਾ। ਦਰਸ਼ਨ ਕਰਕੇ ਬਹੁਤ ਹੀ ਮਨ ਦੇ ਅੰਦਰ ਖੁਸ਼ ਹੋਇਆ ਹੈ। ਕਰ ਬੰਧਨ ਵੈਸਿਓ ਕਰ ਪ੍ਰੇਮਾ। ਬਹੁਤ ਪ੍ਰੇਮ ਕਰਕੇ ਮਹਾਰਾਜ ਨੂੰ ਮੱਥਾ ਟੇਕ ਕੇ ਬੈਠਾ ਹੈ। ਬੂਝ ਪਰਸ ਪਰ ਕੁਸਲੰ ਖੇਮਾ। ਨਾਲ ਨਾਲ ਕੁਸ਼ਲਤਾ ਤੇ ਸੁਖ ਸਾਂਦ ਵੀ ਪੁੱਛਦਾ ਹੈ। ਬਹੁਤ ਬਰਖ ਬੀਤੇ ਬਿਨ ਦਰਸ਼ਨ। ਬੇਬੇ ਨਾਨਕੀ ਜੀ ਨੇ ਕਿਹਾ ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ, ਮਹਾਰਾਜ ਜੀ ਹੁਣ ਤਾਂ ਬਹੁਤ ਸਾਲ ਦਰਸ਼ਨਾਂ ਤੋਂ ਬਤੀਤ ਕੀਤੇ ਤੋਂ ਬਗੈਰ ਬਤੀਤ ਹੋ ਗਏ, ਤੁਸੀਂ ਜਿਉਂ ਗਏ ਮੁੜੇ ਹੀ ਨਹੀਂ ਵਾਪਸ। ਇਉਂ ਕਹਿ ਭਗਨੀ ਗੇਰਤ ਆਸੁਨ। ਇਉਂ ਕਹਿ ਕੇ ਬੇਬੇ ਨਾਨਕੀ ਅੱਖਾਂ ਵਿੱਚ ਅਥਰੂ ਕੇਰਨ ਲੱਗੇ। ਹਮੈ ਵਿਸਾਰ ਦਿਆ ਨਿਜ ਮਨ ਤੈ। ਤੁਸੀਂ ਸਾਨੂੰ ਆਪਣੇ ਮਨ ਤੋਂ ਭੁਲਾ ਹੀ ਦਿੱਤਾ ਹੈ। ਹਰਖ ਹੋਤ ਰਾਵਰ ਦਰਸ਼ਨ ਤੇ। ਤੁਹਾਡੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੁੰਦੀ ਮੇਰੇ ਮਨ ਨੂੰ। ਹਾਥ ਬੰਦ ਬੋਲਿਓ ਜੈ ਰਾਮਾ। ਭਾਈਆ ਜੈ ਰਾਮ ਜੀ ਹੱਥ ਜੋੜ ਕੇ ਬੋਲੇ, ਕਰੁਣਾ ਕਰਹੁ ਰਹੋ ਅਬ ਧਾਮਾ। ਮਹਾਰਾਜ ਜੀ ਹੁਣ ਤਾਂ ਕਿਰਪਾ ਕਰ ਦਿਓ, ਹੁਣ ਤਾਂ ਘਰ ਰਹਿ ਪੋ, ਤੁਸੀਂ ਬਹੁਤ ਦੁਨੀਆ ਘੁੰਮ ਲਈ। ਵੈਸੇ ਸਿਮਰਹੁ ਸਦਾ ਗੋਬਿੰਦੰ। ਇੱਥੇ ਘਰੇ ਬੈਠੇ ਗੋਬਿੰਦ ਗੋਬਿੰਦ ਦਾ ਜਾਪ ਕਰ ਲੋ। ਬਾਹਰ ਤੁਸੀਂ ਇੰਨਾ ਹੁਣ ਘੁੰਮ ਲਏ ਥੋੜਾ, ਇਸ ਕਰਕੇ ਘਰ ਬੈਠ ਜਾਓ। ਹਮ ਕੋ ਦੇਵਤ ਰਹੋ ਆਨੰਦੰ। ਇੱਥੇ ਤੁਸੀਂ ਰੱਬ ਰੱਬ ਕਰੋ, ਵਾਹਿਗੁਰੂ ਵਾਹਿਗੁਰੂ ਕਰੋ ਔਰ ਸੰਗਤ ਦਰਸ਼ਨ ਕਰੇ, ਅਸੀਂ ਵੀ ਆਨੰਦਿਤ ਹੋਈਏ ਜੀ। ਸ੍ਰੀ ਚੰਦ ਬਾਹਰ ਤਾਂ ਆਇਓ। ਬਾਬਾ ਸ਼੍ਰੀ ਚੰਦ ਜੀ ਫਿਰ ਬਾਹਰੋਂ ਆਏ ਜਦੋਂ, ਨਮਸਕਾਰ ਕਰ ਔਰ ਹਰ ਖਾਇਓ। ਮੱਥਾ ਟੇਕ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਖੁਸ਼ ਹੋਏ। ਵੈਸੇ ਮਿਲ ਕੇ ਸਰਬ ਸਮੀਪਾ। ਸਾਰੇ ਮਿਲ ਕੇ ਨੇੜੇ ਹੀ ਬੈਠ ਗਏ। ਬਚਨ ਪਨੇ ਵੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਨੇ। ਦੇਸ ਵਿਦੇਸਨ ਦੇਖਨ ਹੇਤਾ। ਦੇਸ਼ ਵਿਦੇਸ਼ ਵੇਖਣ ਕਰਕੇ ਹੀ ਘਰ ਵਿੱਚ ਨਹੀਂ ਰਿਹਾ ਜਾ ਸਕਦਾ। ਇਹ ਨਹੀਂ ਕਹਿੰਦੇ ਕਿ ਅਸੀਂ ਤਾਰਨ ਚੱਲੇ ਆ ਜਾਂ ਉਪਦੇਸ਼ ਕਰਨ ਚੱਲੇ ਆ, ਬਹਾਨੇ ਜਿਹੇ ਨਾਲ ਜਾਂਦੇ ਨੇ ਵੀ ਅਸੀਂ ਤਾਂ ਦੇਸ਼ ਵਿਦੇਸ਼ ਘੁੰਮਣ ਜਾਂਦੇ ਹਾਂ। ਜਾਂ ਤੇ ਰਹਿਓ ਨਾ ਜਾਤ ਨਿਕੇਤਾ। ਇਸ ਕਰਕੇ ਘਰੇ ਨਹੀਂ ਰਿਹਾ ਜਾ ਸਕਦਾ। ਜਬ ਸਿਮਰਨ ਕਰਹੁ ਤੁਮ ਮੇਰਾ। ਜਦੋਂ ਵੀ ਤੁਸੀਂ ਮੈਨੂੰ ਯਾਦ ਕਰੋਗੇ, ਤਬ ਸਮੀਪ ਆਵੋ ਬਿਨ ਦੇਰਾ। ਫਿਰ ਮੈਂ ਬਿਨਾਂ ਦੇਰੀ ਤੋਂ ਹੀ ਆ ਜਾਵਾਂਗਾ। ਮੈਂ ਕਿਹੜਾ ਕਿਤੋਂ ਆਉਣਾ, ਉੱਥੇ ਹੀ ਪ੍ਰਗਟ ਹੋ ਜਾਂਦੇ ਨੇ ਜਿੱਥੇ ਹੈਗੇ ਨੇ। ਬਸ ਮਨ ਉਹ ਜਿਹਾ ਬਣਾਉਣਾ ਚਾਹੀਦਾ ਹੈ। ਬਹੁ ਪ੍ਰਕਾਰ ਦੇ ਧੀਰਜ ਸਭ ਹੀ। ਸਾਰਿਆਂ ਨੂੰ ਬਹੁਤ ਪ੍ਰਕਾਰ ਦੇ ਧੀਰਜ ਦੇ ਕੇ ਰੈਨ ਬਸੇਰਾ ਕੀਏ ਤਿਹ ਤਬ ਹੀ। ਫਿਰ ਰਾਤ ਉੱਥੇ ਹੀ ਗੁਜ਼ਾਰਨਾ ਕੀਤੀ ਹੈ। ਹੋਰ ਹੇਤ ਮਿਲ ਕੇ ਸਭ ਸਾਥਾ। ਜਦ ਸਵੇਰ ਹੋਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਮਿਲ ਕੇ ਗਵਨ ਕਰਿਓ ਬੇਦੀ ਕੁਲ ਨਾਥਾ। ਬੇਦੀਆਂ ਦੀ ਕੁਲ ਦੇ ਮਾਲਕ ਗੁਰੂ ਨਾਨਕ ਦੇਵ ਜੀ ਚੱਲ ਪਏ। ਪੂਰਨ ਮਾਤ ਪਿਤਾ ਕੀ ਚਾਹੂ। ਕਿੱਧਰ ਗਏ ਨੇ? ਕਹਿੰਦੇ ਮਾਤਾ ਪਿਤਾ ਜੀ ਦੀ ਇੱਛਾ ਪੂਰੀ ਕਰਨ ਵਾਸਤੇ। ਤਲਵੰਡੀ ਪਹੁੰਚੇ ਦੁਖ ਦਾਹੂ। ਦੁੱਖਾਂ ਨੂੰ ਸਾੜਨ ਵਾਲੇ ਗੁਰੂ ਨਾਨਕ ਦੇਵ ਜੀ ਤਲਵੰਡੀ ਨਗਰ ਵਿਖੇ ਪਹੁੰਚ ਗਏ ਨੇ। ਦੋਏ ਕੋਸ ਪਰ ਕੂਪ ਜੋ ਨੀਕਾ। ਇਹ ਤਲਵੰਡੀ ਤੋਂ ਬਾਰ-ਬਾਰ ਰਾਏ ਭੋਏ ਦੀ ਤਲਵੰਡੀ ਤੋਂ ਬਾਹਰ ਜਿਹੜਾ ਇੱਕ ਬੜਾ ਸੁੰਦਰ ਖੂਹ ਸੀ, ਉੱਥੇ ਜਾ ਕੇ ਬਾਹਰ ਬੈਠੇ ਨੇ। ਛਾਇਆ ਸਗਨ ਜਹਾਂ ਰਮਣੀਕਾ। ਜਿੱਥੇ ਦਰਖਤਾਂ ਦੀ ਥਾਂ ਜਿਹੜੀ ਸੀ ਬੜੀ ਝੁੰਡ ਜੇ ਵਾਲੀ ਥਾਂ, ਖੂਹ ਦੇ ਦੁਆਲੇ ਜਿਵੇਂ ਦਰਖਤ ਹੁੰਦੇ ਨੇ ਗੋਲ ਗੋਲ ਜੇ, ਉਹਦੇ ਬੜੀ ਰਮਣੀਕ ਛਾਂ ਵਾਲੀ ਥਾਂ ਸੀ। ਉੱਥੇ ਜਾ ਕੇ ਸੱਜ ਗਏ ਨੇ। ਬੈਠ ਗਏ ਜਗ ਗੁਰ ਤਹਿ ਥਾਈ। ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਉੱਥੇ ਜਾ ਕੇ ਸਜੇ ਨੇ। ਦਵੈ ਕਟਕਾ ਜਬ ਦੀਨ ਬਿਤਾਈ। 2 ਘੜੀਆਂ ਜਦੋਂ ਉੱਥੇ ਬੈਠੀਆਂ ਬਤੀਤ ਹੋਈਆਂ, ਹੱਥ ਬੰਦ ਬੋਲਿਓ ਮਰਦਾਨਾ। 1 ਘੰਟੇ ਕੇ ਬਾਅਦ ਭਾਈ ਮਰਦਾਨਾ ਬੋਲਿਆ, ਮੁਝ ਕੋ ਆਗਿਆ ਕਰੋ ਬਖਾਨਾ। ਮਹਾਰਾਜ ਜੀ ਮੈਨੂੰ ਆਗਿਆ ਦੇ ਦਿੰਦੇ, ਮੈਂ ਵੀ ਘਰ ਜਾ ਆਉਂਦਾ ਆਪਣੇ। ਨਿਜ ਕੁਟੰਬ ਲਿਆਵਹੁ ਸੁਧ ਅਵਹੀ। ਮੈਂ ਆਪਣੇ ਪਰਿਵਾਰ ਦੀ ਖਬਰ ਲਿਆਵਾਂ ਜਾ ਕੇ। ਪੈ ਮਿਰਤਕ ਕਾ ਜੀਵਤ ਸਭ ਹੀ। ਮੈਂ ਵੀ ਦੇਖਿਆ ਮੇਰੇ ਟੱਬਰ ਵਾਲੇ ਜਿਉਂਦੇ ਵੀ ਕਿ ਮਰ ਗਏ ਮੇਰੇ ਮਗਰੋਂ। ਬਹੁਤ ਬਰਖ ਮੈਂ ਨਿਜਪੁਰ ਆਏ। ਬਹੁਤ ਸਾਲਾਂ ਬਾਅਦ ਆਪਾਂ ਇੱਥੇ ਆਏ ਨੇ। ਇਉਂ ਜੇ ਕਿਤੇ ਕੋਈ ਜਾਂਦਾ ਮਰ ਨਹੀਂ ਜਾਂਦਾ ਕੋਈ।
ਪਰ ਭਾਈ ਮਰਦਾਨਾ ਕਹਿੰਦਾ ਦੇਖ ਤਾਂ ਆਵਾਂ ਜਿਉਂਦੇ ਆ ਕਿ ਮਰੇ ਆ। ਨਿਗਸੇ ਬਾਹਰ ਨਾ ਫੇਰੋ ਪਾਏ। ਫਿਰ ਉਸ ਵਕਤ ਜਦ ਤੋਂ ਨਿਕਲਿਆ ਮੁੜ ਕੇ ਦੁਬਾਰਾ ਇੱਥੇ ਆਏ ਨਹੀਂ, ਫੇਰਾ ਹੀ ਨਹੀਂ ਪਾਇਆ। ਸੁਣ ਕਰ ਵਿਗਸੇ ਕਿਰਪਾ ਨਿਕੇਤਾ। ਇਹ ਸੁਣ ਕੇ ਕਿਰਪਾ ਦੇ ਘਰ ਗੁਰੂ ਨਾਨਕ ਦੇਵ ਜੀ ਉਸ ਵਕਤ ਮੁਸਕਰਾਏ। ਬੋਲੇ ਹਰਖ ਦੇਨ ਕੇ ਹੇਤਾ। ਮਰਦਾਨੇ ਨੂੰ ਖੁਸ਼ ਕਰਨ ਵਾਸਤੇ ਬੋਲੇ, ਜੇ ਤੇਰੇ ਸੰਬੰਧੀ ਮਰ ਹੈ। ਜੇ ਤੇਰੇ ਸੰਬੰਧੀ ਮਰ ਜਾਣਗੇ ਮਰਦਾਨਿਆਂ ਸਾਥੋਂ ਬਾਅਦ, ਅਵਰ ਕਾਜ ਹਮ ਜਗ ਕਸ ਕਰ ਹੈ। ਫੇਰ ਜੱਗ ਵਿੱਚ ਅਸੀਂ ਹੋਰ ਕੰਮ ਕੀ ਕਰਨੇ ਹਨ, ਸਾਡੇ ਹੁੰਦਿਆਂ ਤੇਰੇ ਸੰਬੰਧੀ ਮਰਦੇ ਨਹੀਂ ਹੈ, ਚਿੰਤਾ ਨਾ ਕਰ ਤੂੰ। ਹਮ ਹੋਵਤ ਨਾ ਚਿੰਤਾ ਕਰੀਏ। ਸਾਡੇ ਹੁੰਦਿਆਂ ਤੂੰ ਚਿੰਤਾ ਨਾ ਕਰਿਆ ਕਰ ਵੀ ਮੇਰੇ ਸੰਬੰਧੀ ਖਾਨੀ ਜਿਉਂਦੇ ਨੇ ਕਿ ਮਰ ਗਏ ਨੇ, ਪਤਾ ਨਹੀਂ ਕੀ ਹੋਇਆ। ਤੈਨੂੰ ਇੰਨਾ ਨਹੀਂ ਹੈ ਕਿ ਅਸੀਂ ਤੇਰੇ ਸੰਬੰਧੀ ਸੰਭਾਲਾਂਗੇ। ਨਿਕਟ ਨਾ ਜਮ ਕੋ ਤਰਾਸ ਵਿਚਰੀਏ। ਆਪਣੇ ਨੇੜੇ ਕਦੇ ਵੀ ਜਮਾਂ ਦਾ ਡਰ ਨਹੀਂ ਮੰਨਣਾ, ਤੂੰ ਜਾਣਦਾ ਨਹੀਂ ਹਲੇ ਸਾਨੂੰ। ਜੇ ਅਬ ਤੋ ਮਨ ਐਸੀ ਆਈ। ਜਾਂ ਤੇਰੇ ਮਨ 'ਚ ਜੇ ਹੁਣ ਇਹ ਗੱਲ ਆ ਹੀ ਗਈ ਹੈ, ਮਿਲੋ ਕਟੰਬ ਸਰਬ ਕੋ ਜਾਈ। ਜਾਂ ਸਾਰੇ ਪਰਿਵਾਰ ਨੂੰ ਮਿਲ ਕੇ ਆ। ਫਿਰ ਕਾਲੂ ਕੇ ਸਮੀਪ ਜੇ ਜਾਵਹ। ਜੇ ਸਾਡੇ ਪਿਤਾ ਮਹਿਤਾ ਕਾਲੂ ਜੀ ਪਾਸ ਜਾਓਗੇ, ਹਮਰੀ ਸੁਧਨੈ ਤਨਹਿ ਸੁਨਾਵਹ। ਮੇਰੇ ਬਾਰੇ ਨੇ ਘਰੇ ਨਾ ਦੱਸੀ ਵੀ ਮੈਂ ਆ ਗਿਆ। ਮਹਾਰਾਜ ਗੁਰੂ ਨਾਨਕ ਦੇਵ ਜੀ ਮਿਲ ਪਰਿਵਾਰ ਬਹਰ ਤੁਮ ਆਵਹ। ਆਪਣੇ ਪਰਿਵਾਰ ਨੂੰ ਮਿਲ ਕੇ ਮੁੜਿਆ ਹੀ, ਸਾਡਾ ਨਾ ਦੱਸੀ, ਅਸੀਂ ਨਹੀਂ ਜਾਣਾ ਘਰੇ ਹੁਣ। ਕਰ ਕੈ ਮੋਹਨਾ ਬਿਲਮ ਲਗਾਵਹ। ਐਵੇਂ ਮੋਹ ਦਾ ਮਾਰਿਆ ਨਾ ਉੱਥੇ ਬੈਠਾ ਰਹੀ, ਜਲਦੀ ਆ ਜੀ ਵਾਪਸ। ਕਹਿ ਮਰਦਾਨਾ ਸੁਨ ਬਚ ਗੁਰ ਕੋ। ਉਸ ਵਕਤ ਮਹਾਰਾਜ ਦੇ ਬਚਨ ਸੁਣ ਕੇ ਮਰਦਾਨੇ ਭਾਈ ਨੇ ਕਿਹਾ, ਕਿਆ ਲੈ ਕਰ ਜਾਵਾਂ ਮੈਂ ਘਰ ਕੋ। ਮਹਾਰਾਜ ਇੰਨੇ ਚਿਰ ਬਾਅਦ ਘਰੇ ਚੱਲੇ ਆ, ਕੋਈ ਚੱਜ ਦੀ ਚੀਜ਼। ਘਰ ਦੇ ਕਹਿਣਗੇ ਇੰਨਾ ਦੇਸ਼ ਵਿਦੇਸ਼ ਘੁੰਮ ਕੇ ਆਏ ਹੋ, ਕੁਛ ਤਾਂ ਲੈ ਕੇ ਜਾਊਂਗਾ ਨਾ ਘਰੇ। ਕੁਛ ਕੀ ਲੈ ਕੇ ਜਾਵਾਂ? ਘਰ ਦੇ ਕਹਿਣਗੇ ਕੀ ਖੱਟ ਕਮਾ ਕੇ ਲਿਆਏ ਹੋ। ਬਹਰ ਬਰਖ ਕਰ ਬਹਿਰ ਬਤਾਈ। ਬਹੁਤ ਸਾਲ ਆਪਾਂ ਘਰ ਤੋਂ ਬਾਹਰ ਬਤੀਤ ਕੀਤੇ ਨੇ। ਛੁੱਛਾ ਅਬ ਕਿਆ ਦੇਵੋਂ ਜਾਏ। ਮੈਂ ਹੁਣ ਖਾਲੀ ਹੱਥ ਘਰੇ ਜਾ ਕੇ ਨਿਆਣਿਆਂ ਨੂੰ, ਆਪਣੀ ਇਸਤਰੀ ਨੂੰ, ਹੋਰ ਸਾਰੇ ਮਾਤਾ ਪਿਤਾ ਨੂੰ ਕੀ ਦੇਵਾਂਗਾ। ਗੁਰ ਕਹੈ ਰੋਰਨ ਮੁਸ਼ਟ ਅਚਾਵਹ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਇੱਕ ਆ ਰੋੜਾਂ ਦੀ ਮੁੱਠੀ ਚੱਕ ਲੈ ਇੱਥੋਂ। ਬੰਦ ਚੀਰ ਸੰਦੇਹ ਮਿਟਾਵਹ। ਪੱਲੇ ਨਾਲ ਬੰਨ ਲੈ ਰੋੜਾਂ ਦੀ ਮੁੱਠੀ ਤੇ ਸੰਸਾ ਮਿਟਾ ਲਾ, ਜਾ ਲੈ ਜਾ ਚੱਕ ਕੇ। ਘਰ ਮੈਂ ਜਾਹੋ ਖੋਲ ਦੇਹੁ ਤਾਹੀ। ਘਰੇ ਜਾ ਕੇ ਇਹਨੂੰ ਖੋਲ ਲਿਓ, ਰਸਤੇ 'ਚ ਨਾ ਖੋਲਿਓ। ਹਵੈ ਹੈ ਸੋਜੇ ਚਾਹੋ ਮਨ ਮਾਹੀ। ਜੋ ਤੂੰ ਚਾਹੇਗਾ ਇਹ ਉਹੀ ਰੋੜੇ ਉਹੀ ਚੀਜ਼ ਬਣ ਜਾਣਗੇ, ਜੋ ਕਹੇਗਾ ਬਣ ਜਾਣਗੇ। ਏਕ ਮੁਸ਼ਟ ਤਵਲੀ ਮਰਦਾਨੇ। ਮਰਦਾਨੇ ਇੱਕ ਮੁੱਠੀ ਰੋੜਾਂ ਦੀ ਲਈ ਤੇ ਆਪਣੇ ਚਾਦਰ ਦੇ ਪੱਲੇ 'ਚ ਬੰਨ ਲਈ। ਬਾਂਦੇ ਆਪਣੇ ਪਟ ਸੰਗਾਨੇ। ਆਪਣੇ ਕੱਪੜੇ ਨਾਲ ਉਹ ਬੰਨ ਲਈ। ਉਸ ਵਕਤ ਕਰਿਓ ਆਨੰਦ ਨਿਕੇਤ ਸਿਦਾਰਾ। ਬਹੁਤ ਖੁਸ਼ੀ ਹੋ ਕੇ ਆਪਣੇ ਘਰ ਗਿਆ, ਕਿਉਂਕਿ ਹੁਣ ਮਹਾਰਾਜ ਜੀ ਤੇ ਭਰੋਸਾ ਹੈ, ਕੋਈ ਮਾੜੀ ਚੀਜ਼ ਨਹੀਂ ਦੇਣਗੇ, ਕੁਝ ਬਣਾ ਦੇਣਗੇ ਇਹਦਾ। ਮਿਲਿਓ ਜਾਏ ਆਪਣੇ ਪਰਿਵਾਰਾ। ਆਪਣੇ ਪਰਿਵਾਰ ਨੂੰ ਜਾ ਕੇ ਭਾਈ ਮਰਦਾਨਾ ਜੀ ਮਿਲੇ ਨੇ। ਗੰਢ ਚੀਰ ਕੇ ਖੋਲੀ ਜਬਹੀ। ਜਦੋਂ ਕਹਿੰਦੇ ਕੀ ਲਿਆਇਆ ਕੀ ਲਿਆਇਆ, ਪੱਲੇ ਕੀ ਬੰਨਿਆ, ਨਿਆਣੇ ਵੀ ਪੁੱਛਦੇ ਨੇ, ਹੋਰ ਵੀ ਸਾਰੇ, ਇਸਤਰੀ ਪੁੱਛਦੀ ਆ, ਮਾਤਾ ਪਿਤਾ। ਇੰਨੇ ਸਾਲਾਂ ਦਾ ਵਿਦੇਸ਼ਾਂ ਨੂੰ ਗਿਆ, ਕੀ ਲਿਆਇਆ? ਜਾ ਕੇ ਗੱਠ ਖੋਲੀ ਕੱਪੜੇ ਦੀ। ਕੰਚਨ ਸਰਬ ਬਲੋਕਿਓ ਤਬਹੀ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਜਿੰਨੇ ਰੋੜੇ ਚੱਕੇ ਸੀਗੇ ਸਾਰੇ ਹੀ ਸੋਨੇ ਦੇ ਬਣ ਗਏ। ਗੁਰੂ ਨਾਨਕ ਸਾਹਿਬ, ਲੋਕ ਕਹਿੰਦੇ ਵਾਹਿਗੁਰੂ ਕਿਹਾ ਕੀ ਹੁੰਦਾ, ਮੂਲ ਮੰਤਰ ਕਿਹਾ, ਇਹ ਨਾ ਕਿਹੜਾ ਰੋਟੀ ਦੇਣੀ ਆ, ਹੋਰ ਰੋਟੀ ਕਿਹਨੇ ਦੇਣੀ ਉਹ ਵੀ ਦਿਖਾ ਦਿਓ ਜਿਹੜਾ ਦੇਣ ਵਾਲਾ। ਇਹ ਗੁਰੂ ਨਾਨਕ ਸਾਹਿਬ ਜੇ ਚਾਹਣ ਰੋੜਿਆਂ ਦੇ ਮਹਾਰਾਜ ਨੇ ਸੋਨਾ ਬਣਾ ਦਿੱਤਾ। ਇਸ ਤਰ੍ਹਾਂ ਮਹਾਰਾਜ ਜੀ ਚਾਹਣ, ਹੁਣ ਵੀ ਵਿਸ਼ਵਾਸ ਦੀ ਗੱਲ, ਜੇ ਮਰਦਾਨਾ ਕੱਲ ਰੋੜੇ ਲੈ ਕੇ ਜਾਊਂ, ਮੈਂ ਸਿਰ 'ਚ ਮਾਰਨੇ ਰੋੜੇ, ਮੈਂ ਸਿੱਟ ਦੇਣੇ ਰੋੜੇ, ਫੇਰ ਤਾਂ ਨਹੀਂ ਸੀ ਬਣਨੇ। ਸ਼ਰਧਾ ਨਾਲ ਚੁੱਕੇ ਨੇ, ਸ਼ਰਧਾ ਨਾਲ ਪਾਲੇ ਨੇ, ਉਹ ਸਾਰੇ ਰੋੜੇ ਸੋਨਾ ਬਣਾ ਦਿੱਤੇ ਨੇ। ਭਾ ਕੁਟੰਬ ਕੋ ਆਨੰਦ ਭਾਰੀ। ਜਦ ਚਾਦਰ ਦੇ ਪੱਲੇ ਨਾਲ ਬੰਨੀ ਗੰਢ ਖੋਲੀ, ਸਾਰਾ ਸੋਨਾ ਦਿਸਿਆ। ਸਾਰਾ ਟੱਬਰ ਦੇਖ ਕੇ ਬੜਾ ਖੁਸ਼ ਹੋਇਆ। ਸੁਣਤ ਭਾਈ ਪੁਰ ਮੈਂ ਨਰ ਨਾਰੀ। ਨਗਰ ਦੇ ਸਾਰੇ 'ਚ ਰੌਲਾ ਤਾਂ ਪੈ ਗਿਆ, ਇੰਨਾ ਮਰਦਾਨਾ ਸੋਨਾ ਲਿਆਇਆ ਇਕੱਠਾ ਕਰਕੇ। ਹੁਣ ਨਹੀਂ ਕਹਿਣਗੇ ਨਾ ਜਾ, ਕਹਿਣਗੇ ਬਸ ਤੂੰ 2-4 ਦਿਨ ਰਹਿ ਬਾਬਾ, ਜਾ ਫੇਰ ਜਾ ਕੇ ਲੈ ਕੇ ਆ ਰੋੜੇ। ਸ੍ਰੀ ਨਾਨਕ ਸੰਗੀ ਮਰਦਾਨਾ। ਧੰਨ ਗੁਰੂ ਨਾਨਕ ਦਾ ਸਾਥੀ ਮਰਦਾਨਾ ਜੋ ਹੈ। ਫਿਰ ਤਾਂ ਬਹਿਰ ਬਹੁ ਕਾਲ ਬਿਤਾਨਾ। ਜਿਹਨੇ ਬਾਹਰ ਫਿਰਦਿਆਂ ਬਹੁਤ ਸਮਾਂ ਬਿਤਾਇਆ। ਆਪਾਂ ਕਹਿੰਦੇ ਸੀ ਲੈ ਬਾਹਰ ਐਵੇਂ ਤੁਰੇ ਫਿਰਦੇ ਆ। ਅਬ ਆਵਾ ਆਪਣੇ ਘਰ ਵਿੱਚ। ਉਹ ਆਪਣੇ ਘਰ ਆਇਆ ਹੈ ਹੁਣ। ਇਉਂ ਸੁਨਿਆਏ ਉੱਚ ਅਰ ਨੀਚੋ। ਨਗਰ ਦੇ ਸਾਰੇ ਨਰ ਨਾਰੀਆਂ ਸੁਣ ਕੇ ਆ ਗਏ ਖਬਰ। ਪੀਰ ਪੂਰ ਤੇ ਕੇ ਘਰ ਹੋਈ। ਸੋ ਉਸ ਵਕਤ ਬਹੁਤ ਭੀੜ
ਭਾਈ ਮਰਦਾਨੇ ਦੇ ਘਰੇ ਇਕੱਠੀ ਹੋ ਗਈ। ਮਿਲੇ ਕੁਸਲ ਬੂਝਹਿ ਸਭ ਕੋਈ। ਸੁਣਾ ਭਈ ਮਰਦਾਨਿਆ ਕੀ ਹਾਲ ਹੈ? ਕਿਉਂਕਿ ਸੋਨਾ ਹੁਣ ਘਰੇ, ਵੈਸੇ ਵੀ ਲੋਕ ਆਉਣਗੇ ਪਿਆਰ ਨਾਲ, ਜ਼ਿਆਦਾ ਵੀ ਇੱਕ ਅੱਧੀ ਰੋੜੀ ਸਾਨੂੰ ਦੇ ਦੇ। ਕਰ ਹੈ ਪਰਸਪਰ ਨਰ ਵਖਿਆਨਾ। ਪਰਸਪਰ ਹੁੰਦਾ ਆਪਸ ਵਿੱਚ, ਸਾਰੇ ਮਾਈ ਭਾਈ ਕਹਿੰਦੇ ਨੇ। ਸ੍ਰੀ ਨਾਨਕ ਸੰਗ ਥਾ ਮਰਦਾਨਾ। ਗੁਰੂ ਨਾਨਕ ਦੇਵ ਜੀ ਦੇ ਨਾਲ ਸੀ ਭਾਈ ਮਰਦਾਨਾ। ਜਾਂ ਤੇ ਸੁਭ ਸੁਭਾਏ ਭਾ ਇਹ ਕੋ। ਕਹਿੰਦੇ ਮਰਦਾਨਾ ਹੁਣ ਤੂੰ ਸਿਆਣਾ ਜਿਹਾ ਹੋ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਨਾਲ ਰਹਿ ਕੇ ਅੱਗੇ ਤਾਂ ਜਦ ਬੁਲਾਉਂਦੇ ਸੀ ਖਿੱਚ ਕੇ ਜੀ ਬੋਲਦਾ ਸੀ, ਹੁਣ ਤਾਂ ਬੜਾ ਪਾਣੀ ਨੂੰ ਜਲ ਕਹਿਣਾ, ਖੀਰ ਨੂੰ ਤਸਮਈ ਕਹਿਣ ਲੱਗ ਪਿਆ। ਬਈ ਸਿਆਣਾ ਹੋ ਗਿਆ ਹੁਣ ਤਾਂ। ਸਭ ਨਰ ਤੇ ਨਿਲ ਮਰੋ ਰਜਿਹ ਕਾ। ਸਾਰੇ ਜਾਣੇ ਬਹੁਤ ਖੁਸ਼ੀ ਨਾਲ ਆ ਕਰਕੇ ਮਿਲਦੇ ਨੇ, ਉਹ ਸੁੱਖ ਸਾਂਦ ਪੁੱਛਦੇ ਨੇ। ਮਦਰ ਬਚਨ ਸਭ ਸੰਗ ਵਖਾਨਤਾ। ਬੜੇ ਮਿੱਠੇ ਮਿੱਠੇ ਬਚਨ ਬਿਲਾਸ ਬੋਲ, ਕਿਉਂਕਿ ਹੁਣ ਭਾਈ ਮਰਦਾਨਾ ਦੀ ਅਵਸਥਾ ਬਹੁਤ ਉੱਚੀ ਹੋ ਗਈ ਸੀ। ਤਾਂ ਪਿੰਡ ਵਾਲਿਆਂ ਨੂੰ ਤਾਂ ਪਤਾ ਨਹੀਂ ਵੀ ਬ੍ਰਹਮ ਗਿਆਨ ਕੀ ਹੁੰਦਾ ਜਾਂ ਗਿਆਨ ਕੀ ਹੁੰਦਾ। ਭਲੀ ਰੀਤ ਕਰਕੇ ਸਨਮਾਨਤਾ। ਸਾਰਿਆਂ ਦਾ ਭਲੀ ਰੀਤੀ ਅਨੁਸਾਰ ਸਨਮਾਨ ਕਰਦਾ, ਉੱਠ ਕੇ ਮਿਲਦਾ, ਕੋਈ ਵੱਡਾ ਆ ਜਾਂਦਾ, ਹਰੇਕ ਦਾ ਸਤਿਕਾਰ। ਭਾਈ ਮਰਦਾਨਾ ਬਹੁਤ ਗਿਆਨਵਾਨ ਹੋ ਗਿਆ ਹੈ। ਇੱਕ ਮੁਹੂਰਤ ਸਦਨ ਬਿਤਾਇਆ। 2 ਘੜੀਆਂ ਘਰ ਵਿੱਚ ਬਿਤਾਈਆਂ। ਮਿਲ ਪਰਿਵਾਰ ਹਿਰਦਿਏ ਹਰ ਖਾਇਆ। ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਆਪਰ ਜੇ ਲੋਕ ਮਿਲਣ ਤਿਸੇ ਆਏ। ਹੋਰ ਵੀ ਲੋਕ ਜਿੰਨੇ ਮਿਲਣ ਵਾਸਤੇ ਆਏ ਨੇ। ਮਿਲਿਓ ਭਾਉ ਧਰ ਸਰਬ ਸੁਖ ਪਾਏ। ਬੜੇ ਪ੍ਰੇਮ ਨੂੰ ਧਾਰ ਕੇ ਮਿਲਿਆ, ਸਾਰੇ ਸੁਖ ਪਾਏ ਸਭ ਨੇ। ਦੋਹਰਾ ਵਰਨ ਸੇਤਾ ਹੰਸ ਵਾਹਨੀ। ਜੋ ਜਗ ਬਾਨੀ ਰੂਪ। ਤੇ ਪਦ ਬੰਧਨ ਕਰ ਭਲੇ। ਵਰਨੋ ਕਥਾ ਅਨੂਪ। 5ਵਾਂ ਅਧਿਆਏ ਕਵੀ ਜੀ ਕਹਿੰਦੇ ਹੁਣ ਮੈਂ ਅੱਗੇ ਵਰਣਨ ਕਰਨਾ, ਪਰ ਪਹਿਲਾਂ ਦੋਹਰਾ ਕਿਹਾ ਹੈ। ਸੋ ਜੋ ਸਰਸਵਤੀ ਦਾ ਮੰਗਲ ਕਵੀ ਕਰਦੇ ਨੇ ਆਪਣੀ ਮਰਿਆਦਾ ਅਨੁਸਾਰ, ਕਵੀ ਜੀ ਫਰਮਾਉਂਦੇ ਨੇ ਵਰਨ ਸੇਤ ਹੰਸ ਬਾਹਨੀ ਜੋ ਜਗ ਬਾਨੀ ਰੂਪ। ਜੋ ਹੰਸ ਦੀ ਸਵਾਰੀ ਕਰਦੀ ਹੈ ਤੇ ਜਿਸ ਦਾ ਆਪਣਾ ਰੰਗ ਬਿਲਕੁਲ ਸਫੈਦ ਪਾਰੇ ਵਰਗਾ ਚਿੱਟਾ, ਤੇ ਜਗਤ ਵਿੱਚ ਜੋ ਬਾਣੀ ਦੇ ਰੂਪ ਵਿੱਚ ਪ੍ਰਕਾਸ਼ ਦੀ ਆਪਣੀ ਜ਼ੁਬਾਨ ਦੇ ਉੱਤੇ। ਜਿੰਨੀ ਸੰਸਾਰ ਦੀ ਪੜ੍ਹਾਈ ਹੈ, ਜਿੰਨੀ ਵਿੱਦਿਆ, ਉਹ ਸਰਸਵਤੀ ਦੇ ਅਧੀਨ ਪ੍ਰਮਾਤਮਾ ਨੇ ਕੀਤੀ ਹੋਈ ਹੈ। ਕਹਿੰਦੇ ਉਹਦੇ ਚਰਨਾਂ ਤੇ ਭਲੀ ਪ੍ਰਕਾਰ ਬੰਦਨਾ ਕਰਕੇ ਕਵੀ ਅਗਲੀ ਕਵਿਤਾ ਬੜੀ ਅਨੂਪਮ ਕਥਾ ਵਰਣਨ ਕਰਦਾ ਹੈ। ਚੌਪਈ ਦਵੈ ਕਟਕਾ ਬੀਤੇ ਤਤਕਾਲੂ। ਉਸ ਵਕਤ ਭਾਈ ਬਾਲਾ ਜੀ ਕਹਿਣ ਲੱਗੇ ਜਦੋਂ 2 ਘੜੀਆਂ ਸਮਾਂ ਬਤੀਤ ਹੋ ਗਿਆ। ਚਲਿਓ ਜਹਾਂ ਥੋ ਆਲ ਹੈ ਕਾਲੂ। ਸੋ ਭਾਈ ਮਰਦਾਨਾ ਫਿਰ ਉਸ ਤਰਫ ਚੱਲ ਪਿਆ ਜਿੱਧਰ ਬਾਬਾ ਕਲਿਆਣ ਚੰਦ ਜੀ ਦਾ ਭਾਵ ਗੁਰੂ ਨਾਨਕ ਦੇਵ ਦਾ ਘਰ ਸੀ। ਆਗੇ ਸ੍ਰੀ ਨਾਨਕ ਕੀ ਮਾਤਾ। ਅੱਗੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ। ਤ੍ਰਿਪਤਾ ਨਾਮ ਜੋ ਥੀ ਵਖਿਆਤਾ। ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਨਾਮ ਸੀ ਸੰਸਾਰ ਅੰਦਰ ਪ੍ਰਗਟ। ਜਬ ਆਵਤ ਦੇਖਿਓ ਮਰਦਾਨਾ। ਉਹਨਾਂ ਦੇਖਿਆ ਭਾਈ ਮਰਦਾਨਾ ਤੁਰਿਆ ਆ ਰਿਹਾ ਹੈ। ਘਰ ਸੋਂ ਲਾਵੇ ਰਾਗ ਬਹੁ ਠਾਨਾ। ਮਾਤਾ ਅੱਗੇ ਵਧੀ ਤੇ ਭਾਈ ਮਰਦਾਨੇ ਨੂੰ ਗਲ ਨਾਲ ਲਾ ਕੇ ਰੋਣ ਲੱਗ ਪਈ। ਬਹੁਤ ਭਇਓ ਮੋਹ ਸਰਿਤਾ ਸੋ ਪ੍ਰਵਾਹਾ। ਮੋਹ ਨਦੀ ਦੇ ਪ੍ਰਵਾਹ ਵਾਂਗ ਵਹਿ ਤੁਰਿਆ। ਉਸ ਵਕਤ ਅੱਖਾਂ ਵਿੱਚੋਂ ਜਲ ਆ ਗਿਆ ਬਹੁਤ। ਧੀਰਜ ਸਿਖਤਾ ਸੇਤ ਨਸਾਹਾ। ਧੀਰਜ ਰੂਪੀ ਰੇਤ ਦਾ ਪੁਲ ਟੁੱਟ ਗਿਆ। ਵਾਕ ਜੋ ਤਿਨ ਸਭ ਦੀਜੈ ਰੁੜਿਆਈ। ਵਾਕਾਂ ਰੂਪੀ ਤਿਣਕੇ ਸਭ ਰੋੜ ਕੇ ਲੈ ਗਈ। ਕਹੈ ਬਹੁਤ ਨਾ ਧੀਰ ਧਰਾਈ। ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਧੀਰਜ ਨਹੀਂ ਕਰਦੀ। ਸ੍ਰੀ ਨਾਨਕ ਕੋ ਭਾ ਅਨੁਰਾਗਾ। ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਬਹੁਤ ਪ੍ਰੇਮ ਜਾਗਿਆ। ਇਨੋ ਜਨਨੀ ਬਹੁ ਵੈਰਾਗਾ। ਕਿਉਂਕਿ ਉਸ ਵਕਤ ਬਹੁਤਾ ਜ਼ਿਆਦਾ ਮਾਤਾ ਜੀ ਨੇ ਵਿਰਾਗ ਕੀਤਾ ਹੈ। ਕਿਤ ਕਦੇਰ ਮੈਂ ਧੀਰਜ ਧਰ ਕੈ। ਕਾਫੀ ਦੇਰ ਰੋਂਦੇ ਰਹੇ, ਫਿਰ ਧੀਰਜ ਧਰ ਕੇ। ਪੂਜਨ ਲਗੇ ਸੋ ਬਚਨ ਉਚਰ ਕੈ। ਫਿਰ ਬਚਨ ਉਚਾਰ ਕੇ ਪੁੱਛਣ ਲੱਗੇ। ਸੁਤ ਨਾਨਕ ਕੀ ਖਬਰ ਸੁਨਾਵਹ। ਮੇਰੇ ਪੁੱਤਰ ਗੁਰੂ ਨਾਨਕ ਦੇਵ ਦੀ ਖਬਰ ਸੁਣਾਓ। ਤਜਿਓ ਥਾਨ ਕਹਿ ਮੋਹਿ ਬਤਾਵਹ। ਉਹਨਾਂ ਨੂੰ ਤੁਸੀਂ ਕਿੱਥੇ ਛੱਡ ਕੇ ਆਏ ਹੋ? ਭਾਈ ਮਰਦਾਨਾ ਕਿੱਥੇ ਨੇ ਮੇਰੇ ਪੁੱਤਰ ਜੀ? ਜਬ ਕੇ ਨਿਕਸੇ ਤੁਮ ਘਰ ਮਾਹੀ। ਜਦ ਤੋਂ ਤੁਸੀਂ ਘਰੋਂ ਨਿਕਲੇ ਹੋ। ਤਬ ਕੀ ਸੁਧ ਆਈ ਕਬ ਨਾਹੀ। ਉਦੋਂ ਦੀ ਕੋਈ ਖਬਰ ਨਹੀਂ, ਸਾਰ ਨਹੀਂ, ਪਤਾ ਨਹੀਂ ਤੁਸੀਂ ਕਿੱਥੇ ਕਿੱਥੇ ਹੋ ਕੇ ਆਏ ਹੋ। ਮਮ ਸੁਤ ਸਭ ਤਜ ਕੈ ਘਰ ਵਾਰਾ। ਮੇਰਾ ਪੁੱਤਰ ਸਾਰਾ ਕੁਝ ਛੱਡ ਕੇ ਘਰ ਬਾਰ ਬਾਲ ਬੱਚਾ
ਭਾ ਫਕੀਰ ਕੀਆ ਹਿਰਦੈ ਵਿਚਾਰਾ। ਹਿਰਦੇ ਵਿੱਚ ਪਤਾ ਨਹੀਂ ਕੀ ਵਿਚਾਰ ਕੇ ਉਹ ਫਕੀਰ ਹੀ ਬਣ ਗਿਆ ਹੈ। ਨਿਛ ਦਿਨ ਕਰਤੇ ਔਰ ਦਿਨ ਬਤਾਓ। ਮੈਂ ਰਾਤ ਦਿਨ ਰੋਂਦਿਆਂ ਰੋਂਦਿਆਂ ਹੀ ਆਪਣੀ ਜ਼ਿੰਦਗੀ ਕੱਢ ਲਈ ਹੈ। ਕਰ ਕੁਰ ਜਾਦ ਬੈਠ ਪਛਤਾਓ। ਮੈਂ ਪਛਤਾਉਂਦੀ ਬਹੁਤ ਆਪਣੇ ਮਨ ਦੇ ਅੰਦਰ ਯਾਦ ਕਰਕੇ। ਵਿਦਨ ਇਕ ਸੁਤ ਦੀਨੋ ਮੋਹੀ। ਵਿਧਾਤਾ ਨੇ ਮੈਨੂੰ ਮਸਾਂ ਹੀ ਇੱਕ ਪੁੱਤ ਦਿੱਤਾ ਹੈ। ਨਹਿ ਸਮੀਪ ਕਬ ਰਾਖਿਓ ਓਹੀ। ਉਹ ਵੀ ਮੇਰੇ ਕੋਲ ਨਹੀਂ ਰਹਿੰਦਾ, ਉਹ ਹਮੇਸ਼ਾ ਹੀ ਮੇਰਾ ਪੁੱਤਰ ਤੁਰਿਆ ਹੀ ਰਹਿੰਦਾ। ਦੋਹਰਾ ਕਾਲੂ ਕੇ ਤਵ ਅਜਰ ਮਹਿ ਪੁੰਜ ਭਏ ਨਰ ਆਏ। ਬਾਬਾ ਕਲਿਆਣ ਚੰਦ ਦੇ ਵਿਹੜੇ 'ਚ ਮਨੁੱਖ ਆ ਕੇ ਬਹੁਤ ਇਕੱਠੇ ਹੋ ਗਏ। ਸੁਨ ਕਰ ਮਾਤਾ ਕੇ ਬਚਨ ਮਰਦਾਨਾ ਤਬ ਗਾਏ। ਮਾਤਾ ਦੇ ਬਚਨ ਸੁਣ ਕੇ ਭਾਈ ਮਰਦਾਨਾ ਕਹਿਣ ਲੱਗਿਆ, ਚੌਪਈ ਜਬ ਸੁਲਤਾਨਪੁਰੇ ਹਮੇ ਆਹੇ। ਜਦੋਂ ਅਸੀਂ ਸੁਲਤਾਨਪੁਰ ਸਾਹਿਬ ਰਹਿੰਦੇ ਸੀ ਤਬ ਸ੍ਰੀ ਨਾਨਕ ਕੇ ਸੰਗ ਰਹੇ। ਉਦੋਂ ਮੈਂ ਗੁਰੂ ਨਾਨਕ ਦੇਵ ਮਹਾਰਾਜ ਨਾਲ ਰਿਹਾ ਸੀ। ਪੁਨ ਸੁਧ ਨਹਿ ਤਿਹ ਤੇ ਪਛਚਾਤੀ। ਉਦੋਂ ਬਾਅਦ ਦੀ ਉਸ ਬਾਰੇ ਮੈਨੂੰ ਕੋਈ ਖਬਰ ਨਹੀਂ ਹੈ। ਕਿਤ ਕੋ ਗਇਓ ਨਾ ਜਾਨੋ ਜਾਤੀ। ਕਹਿੰਦਾ ਮੈਨੂੰ ਨਹੀਂ ਪਤਾ ਕਿ ਮਹਾਰਾਜ ਨੇ ਕਿਹਾ ਸੀ ਮੇਰੇ ਬਾਰੇ ਨਾ ਦੱਸੀ ਮਰਦਾਨਿਆ, ਮੇਰੇ ਬਾਰੇ ਘਰੇ ਨਾ ਦੱਸੀ ਕਿਸੇ, ਮੈਂ ਮਿਲ ਨਹੀਂ ਜਾਣਾ। ਤਾਂ ਭਾਈ ਮਰਦਾਨੇ ਨੇ ਇਉਂ ਥੋੜਾ ਕਿਹਾ। ਉਹ ਜੀ ਸੁਲਤਾਨਪੁਰ ਸਾਹਿਬ ਸੀਗੇ, ਉਹ ਤੋਂ ਬਾਅਦ ਪਤਾ ਨਹੀਂ ਕਿੱਥੇ ਨੇ। ਸੁਨ ਮਾਤਾ ਉਰ ਬਹੁ ਅਕਲਾਈ। ਇਹ ਸੁਣ ਕੇ ਮਾਤਾ ਬਹੁਤ ਵਿਆਕੁਲ ਹੋਈ। ਜਨ ਬਿਰਣ ਪਾਕੇ ਪਾਵ ਕਲਾਈ। ਮਾਨੋ ਪੱਕੇ ਹੋ ਫੋੜੇ ਤੇ ਅੱਗ ਲਾ ਦਿੱਤੀ ਹੋਵੇ ਕਿਸੇ ਨੇ। ਬੋਲਨੇ ਆਵੇ ਵਿਕੁਲ ਤਨ ਹੋਈ। ਬੋਲ ਨਹੀਂ ਸਕਦੀ ਸੀ, ਤਨ ਇੰਨਾ ਬੇਵਲ ਹੋ ਗਿਆ। ਜਨ ਸੋਤਾ ਬ੍ਰਹ ਮੈਂ ਭਰ ਕੈ ਸੋਈ। ਮਾਨੋ ਪੁੱਤਰ ਦੇ ਵਿਛੋੜੇ ਵਿੱਚ ਸੌਂ ਗਈ ਹੋਵੇ, ਭਾਵ ਬੇਹੋਸ਼ ਹੋ ਗਈ ਮਾਤਾ। ਇੱਕ ਤਾਂ ਬਿਰਧਹੀਨ ਬਲ ਦੇਹੀ। ਇੱਕ ਤਾਂ ਬਿਰਧ ਹੋਣ ਕਰਕੇ ਦੇਹੀ ਬਲਹੀਣ ਹੋ ਗਈ ਸੀ। ਪੁੰਨ ਨਾ ਪਾਈ ਸੁਧ ਤਾਤ ਸਨੇਹੀ। ਫਿਰ ਦੂਸਰਾ ਪੁੱਤਰ ਦੇ ਬਾਰੇ ਕੋਈ ਖਬਰਸਾਰ ਨਹੀਂ ਸੀ ਉਹਨੂੰ। ਜਾਨਤ ਹੁਤੇ ਸੰਗ ਮਰਦਾਨਾ। ਇਹ ਜਾਣਦੀ ਸੀ ਕਿ ਮਰਦਾਨਾ ਨਾਲ ਹੀ ਗਿਆ। ਤਿਨੇ ਅਸ ਦੁਖ ਦਾ ਬਚਨ ਬਖਾਨਾ। ਫਿਰ ਭਾਈ ਮਰਦਾਨੇ ਨੇ ਫਿਰ ਅੱਗਿਓਂ ਇਹ ਦੁਖਦਾਈ ਸ਼ਬਦ ਕਹਿ ਦਿੱਤਾ। ਜਿਉ ਸੌਖ ਤੰਗ ਮਰਮ ਦੇ ਭੇਦਾ। ਜਿਵੇਂ ਤੀਰ ਸਰੀਰ ਨੂੰ ਵਿੰਨ ਦਿੰਦਾ, ਭਰੇ ਵਿਵਰ ਨ ਹੋਏ ਅਤ ਖੇਦਾ। ਇਸ ਤਰ੍ਹਾਂ ਬੇਰੰਗ ਅਤੇ ਅਤੀ ਦੁਖੀ ਹੋ ਕੇ ਪਈ ਸੀ। ਕਿਤ ਕਬਾਰ ਮਹਿ ਪੁਨ ਸੁਧ ਆਈ। ਕਾਫੀ ਦੇਰ ਬਾਅਦ ਫਿਰ ਹੋਸ਼ ਆਈ। ਲੋਚਨ ਤੇ ਆਸਨ ਜਲ ਜਾਈ। ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ। ਚਤਰ ਘਟੀ ਬੈਠਿਆ ਮਰਦਾਨਾ। 4 ਘੜੀਆਂ 2 ਕਹਿਣ ਤੋਂ ਬਾਅਦ 2 ਘੰਟੇ ਤੱਕ ਮਰਦਾਨਾ ਬੈਠਾ ਰਿਹਾ। ਪੁਨ ਉੱਠ ਚਲਿਆ ਪ੍ਰਭੂ ਜਿਹ ਥਾਨਾ। ਫੇਰ ਉੱਠ ਕੇ ਉਧਰ ਚੱਲ ਪਿਆ ਜਿੱਧਰ ਗੁਰੂ ਨਾਨਕ ਦੇਵ ਜੀ ਸਜੇ ਹੋਏ ਸਨ। ਤਬ ਤ੍ਰਿਪਤਾ ਉਰ ਧੀਰਜ ਧਰ ਕੈ। ਫਿਰ ਮਾਤਾ ਜੀ ਮਨ ਵਿੱਚ ਧੀਰਜ ਧਾਰਨ ਕਰਕੇ ਇਸ ਬੁਲੋਕੈ ਉਰ ਰਹੀ ਵਿਚਰ ਕੈ। ਇਸ ਤਰ੍ਹਾਂ ਵੇਖ ਕੇ ਹਿਰਦੇ 'ਚ ਵਿਚਾਰ ਕੀਤੀ। ਵਹਿਰ ਚਲਿਓ ਠਤੂਰਨ ਜਹਵਾ। ਮਰਦਾਨਾ ਭਾਈ ਉੱਠ ਕੇ ਜਿੱਧਰ ਤੁਰਤ ਚੱਲ ਪਿਆ, ਬਸ ਮੇਰਾ ਪੁੱਤਰ ਉੱਥੇ ਹੀ ਹੋਣਾ। ਮਾਤਾ ਨੇ ਅੰਦਾਜ਼ਾ ਲਾ ਲਿਆ ਕਿ ਮੇਰੇ ਪੁੱਤਰ ਨੇ ਇਹਨੂੰ ਰੋਕਿਆ ਹੋਣਾ ਵੀ ਤੂੰ ਦੱਸੀ ਨਾ। ਹੋਏ ਆਤਮਜ ਮੇਰੋ ਤਹਿਵਾ। ਮੇਰਾ ਪੁੱਤਰ ਵੀ ਜ਼ਰੂਰ ਉੱਥੇ ਹੋਵੇਗਾ। ਬਹੁਤ ਦਿਨ ਬੀਤੇ ਆਇਓ ਘਰ ਮਾਹੀ। ਬਹੁਤ ਦਿਨ ਪਿੱਛੋਂ ਮੇਰਾ ਪੁੱਤਰ ਘਰ ਆਇਆ, ਬਾਸਰ ਰਹਿਓ ਏਕ ਭੀ ਨਾਹੀ। ਪਰ ਘਰ ਵਿੱਚ ਇੱਕ ਦਿਨ ਵੀ ਨਹੀਂ ਰਿਹਾ, ਬਾਹਰ ਹੀ ਬੈਠਾ ਹੈ। ਦੋਹਰਾ ਇਸ ਵਿਦ ਜਨਨੀ ਮਨ ਗੁਣਤਾ ਮਦਰ ਅਸਨ ਲਿਓਲਾ। ਇਸ ਤਰ੍ਹਾਂ ਮਾਤਾ ਨੇ ਮਨ ਦੇ ਵਿੱਚ ਸੋਚਿਆ ਤੇ ਮਿੱਠੇ ਪਦਾਰਥ ਲੈ ਕੇ ਝੋਲੀ 'ਚ ਪਾ ਕੇ ਚੱਲੀ। ਤੂਰਨ ਗਵਣੀ ਧਾਏ ਕਰ ਲੀਨੇ ਰੁਚਰਨੇ ਚੋਲਾ। ਉਸ ਵਕਤ ਬਹੁਤ ਸੋਹਣੇ ਜਿਹੜੇ ਸੀਗੇ ਸੋ ਚੋਲਾ ਆਦਿਕ ਬਣਾ ਕਰਕੇ ਬਸਤਰ ਮਹਾਰਾਜ ਲਈ ਚੋਲਾ ਬਣਾਇਆ ਸੋਹਣਾ, ਤੇ ਨਾਲ ਖਾਣ ਪੀਣ ਨੂੰ ਅੱਛੇ ਪਦਾਰਥ ਲੈ ਕੇ ਚੱਲੀ। ਚੌਪਈ ਮਿਲੀ ਗੈਲ ਮੈਂ ਜਹ ਮਰਦਾਨਾ। ਸੋ ਜਿੱਧਰ ਭਾਈ ਮਰਦਾਨਾ ਜੀ ਜਾ ਰਹੇ ਸੀ ਨਾਲ ਨਾਲ ਹੀ ਚੱਲ ਪਈ। ਆਤਰ ਹਵੈ ਕਰ ਵਚਨ ਬਖਾਨਾ। ਦੁਖੀ ਹੋ ਕੇ ਇਸ ਤਰ੍ਹਾਂ ਬਚਨ ਕੀਤਾ ਹੈ। ਸਤ ਨਾਨਕ ਸੋ ਮਿਲਹੁ ਮੋਕੋ। ਭਾਈ ਮਰਦਾਨਿਆ ਮੇਰੇ ਪੁੱਤਰ ਨੂੰ ਮੇਲ ਦੇ ਮੈਨੂੰ, ਨਾਨਕ ਨੂੰ। ਸੁਧ ਮਰਦਾਨੇ ਹੈ ਕਹ ਤੋ ਕੋ। ਮਰਦਾਨਿਆ ਤੈਨੂੰ ਪਤਾ ਤਾਂ ਹੈ ਪਰ ਤੂੰ ਦੱਸਦਾ ਨਹੀਂ ਹੈ ਮੈਨੂੰ। ਬਹੁਤ ਬਰਕ ਭੇ ਦੇਖਿਓ ਨਾਹੀ। ਬਹੁਤ ਸਾਲ ਹੋ ਗਏ ਭਾਈ ਮੈਂ ਦੇਖਿਆ ਨਹੀਂ ਆਪਣੇ ਪੁੱਤਰ ਨੂੰ। ਮੋਹ ਬੜਿਓ ਤੇ ਸਹਿ ਮਨ ਮਾਹੀ। ਮੇਰੇ ਮਨ ਦੇ ਅੰਦਰ ਬਹੁਤਾ ਹੀ ਪੁੱਤਰ ਦਾ ਮੋਹ ਜਾਗ ਪਿਆ। ਸੁਨ ਮਰਦਾਨੇ ਤੂੰ ਸੰਕੀਨੰ। ਇਹ ਸੁਣ ਕੇ ਮਰਦਾਨਾ ਜੀ ਚੁੱਪ ਰਹੇ, ਕਿਉਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬੋਲੀ ਨਾ ਮੇਰੇ ਬਾਰੇ। ਉਧਰੋਂ ਵੀ ਡਰਦਾ ਮਹਾਰਾਜ ਜੀ ਤੋਂ।
ਗੁਰ ਪੈ ਲਖਿਆ ਨਾ ਉਤਰ ਦੀਨੰ। ਮਹਾਰਾਜ ਦਾ ਡਰ ਜਾਣ ਕੇ ਉੱਤਰ ਨਹੀਂ ਦਿੱਤਾ। ਜਨਨੀ ਜਾਣ ਗਏ ਤਿਹ ਵਾਤਾ। ਮਾਤਾ ਜੀ ਨੇ ਉਹਦੇ ਦਿਲ ਦੀ ਗੱਲ ਜਾਣ ਲਈ। ਚਲੇ ਤਬ ਹੈ ਤਿਹ ਕੇ ਪਹਚਾਤਾ। ਉਸ ਦੇ ਪਿੱਛੇ ਪਿੱਛੇ ਮਾਤਾ ਜਾਣ ਲੱਗ ਪਈ। ਜੈ ਬੈਠੇ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਸਜੇ ਸੀ। ਪਹੁੰਚਤ ਭੇਤ ਹੈ ਕੋਪ ਸਮੀਪਾ। ਉੱਥੇ ਖੂਹ ਦੇ ਨੇੜੇ ਜਾ ਪਹੁੰਚੇ। ਉਸ ਵਕਤ ਦੋਹਰਾ ਮਾਤ ਬਲੋ ਕੀ ਦੂਰ ਤੇ ਤੂਰ ਨਾ ਉਠ ਸੁਖਦਾਏ। ਜਦੋਂ ਦੂਰ ਤੋਂ ਮਾਤਾ ਜੀ ਨੂੰ ਆਉਂਦਿਆਂ ਵੇਖ ਲਿਆ, ਮਹਾਰਾਜ ਨੂੰ ਤਾਂ ਪਤਾ ਹੀ ਸੀ ਕਿ ਮਾਤਾ ਨੇ ਆ ਜਾਣਾ, ਤਾਂ ਸੁਖਦਾਤੇ ਗੁਰੂ ਜੀ ਤੁਰੰਤ ਉੱਠ ਪਏ ਅਤੇ ਅੱਗੇ ਨੂੰ ਆ ਕੇ ਚਰਨ ਬੰਦਨਾ ਸੀਸ ਧਰ ਕੀਨੀ ਆਗਾ ਆਏ। ਮਰਿਆਦਾ ਪੁਰਸ਼ੋਤਮ ਗੁਰੂ ਸਾਹਿਬ ਨੇ ਮਾਤਾ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਆ ਕੇ। ਚੌਪਈ ਕੌਰੇ ਪਰ ਨਾਨਕ ਕੋ ਜਨਨੀ। ਉਸ ਵਕਤ ਮਾਤਾ ਜੀ ਨੇ ਗਲਵੱਕੜੀ ਵਿੱਚ ਲੈ ਲਿਆ ਗੁਰੂ ਨਾਨਕ ਦੇਵ ਜੀ ਨੂੰ ਘੁੱਟ ਕੇ। ਰੋਦਨ ਕਰਤ ਨ ਜਾਈ ਗਨਨੀ। ਇੰਨਾ ਰੋਂਦੀ ਕਿ ਗਿਣਤੀ ਨਹੀਂ ਹੋ ਸਕਦੀ। ਚਲਿਓ ਵਿਲੋਚਨਾ ਤੇ ਬਹੁ ਨੀਰੰਗ। ਅੱਖਾਂ ਵਿੱਚੋਂ ਬਹੁਤ ਭਾਰੀ ਜਲ ਜਾ ਰਿਹਾ ਸੀ। ਸੁਤ ਬਿਰਹਾਨਲ ਜਨ ਕਰ ਸੀਰੰ। ਸੋ ਮਾਨੋ ਪੁੱਤਰ ਦੇ ਵਿਛੋੜੇ ਦੀ ਅੱਗ ਨੂੰ ਆਪਣੇ ਹੰਝੂਆਂ ਦੇ ਪਾਣੀ ਨਾਲ ਠੰਡਾ ਕਰ ਰਹੀ ਸੀ। ਅਛਰ ਭਾਤ ਸੋ ਵਸਤਰ ਭਿਗੋਏ। ਹੰਝੂਆਂ ਦੇ ਨਾਲ ਸਾਰੇ ਕੱਪੜੇ ਭਿੱਜ ਗਏ। ਜੋ ਦੇਖਤ ਸੋ ਗਦ ਗਦ ਹੋਏ। ਜਿਹੜਾ ਵੀ ਦੇਖਦਾ ਉਹ ਗਦ ਗਦ ਹੋ ਜਾਂਦਾ, ਉਹਦੇ ਵੀ ਗਲ ਰੁਕ ਜਾਂਦਾ। ਗੌਰੀ ਤੇ ਸੁਤ ਕੋ ਨਹਿ ਤਜਈ। ਆਪਣੀ ਗਲਵੱਕੜੀ ਵਿੱਚੋਂ ਗੁਰੂ ਨਾਨਕ ਦੇਵ ਜੀ ਨੂੰ ਛੱਡਦੇ ਨਹੀਂ। ਅਦਕ ਬਿਰਹਾ ਤੇ ਮਿਲਤ ਨਾ ਰਾਜਈ। ਬਹੁਤ ਵਿਛੋੜਾ ਸੀ ਨਾ, ਲੰਬੇ ਵਿਛੋੜੇ ਬਾਅਦ ਮਿਲਣ ਕਰਕੇ ਰੱਜਦੇ ਨਹੀਂ। ਬਦਨ ਬਲੋਕਤਾ ਸੁੰਗਤ ਮਾਥਾ। ਮੁਖੜਾ ਵੇਖਦੀ ਸੀ ਤੇ ਮੱਥਾ ਚੁੰਮਦੀ ਸੀ। ਕਰਤਨ ਹੈ ਸਰ ਫੇਰਤ ਹਾਥਾ। ਪਿਆਰ ਨਾਲ ਮਹਾਰਾਜ ਦੇ ਸੀਸ ਪਰ ਹੱਥ ਫੇਰਦੀ। ਹੁਤੀ ਬਿਰਦ ਬਲ ਤੇ ਤਨਹੀਨਾ। ਬਿਰਧ ਹੋਣ ਕਰਕੇ ਸਰੀਰ ਬਲ ਤੋਂ ਹੀਣਾ ਸੀ। ਮਨ ਸਮੀਪ ਵੈਸੇ ਸੁਖ ਲੀਨਾ। ਫਿਰ ਕੋਲ ਬੈਠ ਕਰਕੇ ਉਸ ਵਕਤ ਬਹੁਤ ਸੁਖ ਲਿਆ। ਜਬ ਕਾਲੂ ਨੇ ਸੋਧਿਆ ਪਾਈ। ਜਦੋਂ ਬਾਬਾ ਕਲਿਆਣ ਚੰਦ ਜੀ ਨੂੰ ਖਬਰ ਮਿਲੀ, ਵੈਸੋ ਵਹਿਰ ਤਾਤ ਮਮ ਆਈ। ਮੇਰਾ ਪੁੱਤਰ ਬਾਰ-ਬਾਰ ਆ ਕੇ ਬੈਠਾ ਹੈ। ਤਤਸਨ ਜੀਨਾ ਤੋ ਰੰਗਨ ਪਾਵਾ। ਉਹਨੇ ਘੋੜੇ ਦੇ ਉੱਤੇ ਕਾਠੀ ਪਵਾਈ। ਹਵੈ ਅਰੂੜਾ ਤੂਰਨ ਤਵ ਆਵਾ। ਅਸਵਾਰ ਹੋ ਕੇ ਛੇਤੀ ਦੇ ਨਾਲ ਹੀ ਉਸ ਵਕਤ ਆ ਗਏ। ਪਿਤਾ ਬਲੋਕੈ ਉਠੈ ਦੁਖ ਕੰਦਨ। ਆਪਣੇ ਪਿਤਾ ਜੀ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਉੱਠ ਕੇ ਖੜੇ ਹੋ ਗਏ। ਪਦ ਅਰਵਿੰਦ ਕਰਤ ਭੇ ਬੰਦਨ। ਚਰਨਾਂ ਕਮਲਾਂ ਤੇ ਮੱਥਾ ਟੇਕਿਆ। ਵੜਵਾ ਕੀ ਉਤਰਿਓ ਤਤਕਾਲਾ। ਘੋੜੀ ਤੋਂ ਤੁਰੰਤ ਹੀ ਉਤਰ ਹੋਏ। ਘਰ ਸੋਂ ਲਾਇਓ ਪ੍ਰੇਮ ਵਿਸਾਲਾ। ਬੜੇ ਪ੍ਰੇਮ ਨਾਲ ਆਪਣੇ ਗਲ ਦੇ ਨਾਲ ਉਸ ਵਕਤ ਲਾ ਲਿਆ ਬਾਬਾ ਕਲਿਆਣ ਚੰਦ ਜੀ ਨੂੰ। ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੁੰਦਰ ਉਪਦੇਸ਼ ਹਿਰਦੇ 'ਚ ਵਸਾਈਏ। ਕੱਲ ਸ਼ਰਵਣ ਕਰਾਂਗੇ ਜਿਵੇਂ ਮਹਾਰਾਜ ਬਖਸ਼ਿਸ਼ ਕਰਨਗੇ। ਵਾਹਿਗੁਰੂ 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 ਵਾਹਿਗੁਰੂ